सतगुर माहे समाना एह बाणी जो जियों जाने तिस अंतर रवे हर नाम बाणी गुरु गुरु है बाणी विच बाणी अमृत सारे गुर बाणी कहे सेवक जन माने पर तख गुरु निस्तारे बाणी बिरलो विचारसी जे को गुरमुख होए एह बाणी महापुरख की निज घर वासा होए श्री राग महला चौथा गुण गावा गुण विथराम गुण बोली मेरी माए गुरमुख सजन गुणकारिया मिल सजन हर गुण गाए हीर हीर मिल बेदिया रंग जलूल नाए मेरे गोविंदा गुण गावा त्रिपत मन होए अंतर प्यास हर नाम की गुर तुस मिलावे सोए रहाओ मन रंगो वड भागी हो गुर तुठा करे पसाओ गुर नाम दिरड़ाए रंग स्यों हाँ सत गुर कै बल जाऊं बिन सत गुर हर नाम न लभई लख कोटि कर्म कमाओ बिन भागा सत गुर ना मिलै घर बैठिया निकट नित पास
ਅੰਤਰ ਅਗਿਆਨ ਦੁਖ ਭਰਮ ਹੈ। ਵਿੱਚ ਪੜਦਾ ਦੂਰ ਭਈ ਆਸ, ਬਿਨ ਸਤ ਗੁਰ ਭੇਟੇ ਕੰਚਨ ਨਾ ਥੀਐ। ਮਨ ਮੁਖ ਲੋਹ ਬੂਢਾ ਬੇੜੀ ਪਾਸ, ਸਤ ਗੁਰ ਬੋਹਿਤ ਹਰ ਨਾਵ ਹੈ। ਕਿਤ ਬਿਦ ਚੜਿਆ ਜਾਏ, ਸਤ ਗੁਰ ਕੈ ਭਾਣੈ ਜੋ ਚਲੈ। ਵਿੱਚ ਬੋਹਿਤ ਬੈਠਾ ਆਏ, ਧਨ ਧਨ ਵਡ ਭਾਗੀ ਨਾਨਕ। ਜਿਨ੍ਹਾਂ ਸਤ ਗੁਰ ਲਏ ਮਿਲਾਏ, ਸਤ ਗੁਰ ਬੋਹਿਤ ਹਰ ਨਾਵ ਹੈ। ਕਿਤ ਬਿਦ ਚੜਿਆ ਜਾਏ, ਸਤ ਗੁਰ ਕੈ ਭਾਣੈ ਜੋ ਚਲੈ। ਵਿੱਚ ਬੋਹਿਤ ਬੈਠਾ ਆਏ, ਧਨ ਧਨ ਵਡ ਭਾਗੀ ਨਾਨਕ। ਜਿਨ੍ਹਾਂ ਸਤ ਗੁਰ ਲਏ ਮਿਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਰਾਗ ਮਹਿਲਾ ਚੌਥਾ ਦਾ ਇਹ ਪਾਵਨ ਸ਼ਬਦ ਜੋ 40 ਅੰਗ ਤੇ ਦਰਜ ਹੈ, ਇਸ ਸ਼ਬਦ ਦੀ ਵਿਚਾਰ ਭਾਈ ਸਰਬਜੀਤ ਸਿੰਘ ਜੀ ਲੁਧਿਆਣਾ ਵਾਲੇ ਆਪ ਜੀ ਨੂੰ ਸਰਵਣ ਕਰਵਾਉਣਗੇ। ਇੱਕ ਦਿਨ ਦਾ ਉਹਨਾਂ ਦਾ ਸਮਾਂ ਹੈ। ਪ੍ਰਬੰਧਕ ਸੇਵਾਦਾਰਾਂ ਵੱਲੋਂ ਭਾਈ ਸਾਹਿਬ ਜੀ ਦਾ ਧੰਨਵਾਦ। ਅੱਜ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਆਪ ਜੀ ਜ਼ਰੂਰ ਹਾਜ਼ਰੀਆਂ ਭਰ ਕੇ ਸੇਵਾ ਕਰਕੇ ਪਾਤਸ਼ਾਹ ਜੀ ਦੇ ਪਵਿੱਤਰ ਮੁਬਾਰਕ ਪਰ ਉਪਕਾਰਾਂ ਨੂੰ ਨਮਸਕਾਰ ਕਰੋ ਜੋ ਉਹਨਾਂ ਨੇ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਹਨ। ਧੰਨ ਲਿਖਾਰੀ ਨਾਨਕਾ ਦੇ ਸਿਰਲੇਖ ਅਧੀਨ ਅੱਜ 7ਵਾਂ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਤੇਲੀਵਾੜਾ ਸ਼ਾਦਰਾ ਵਿੱਚ ਹੋਵੇਗਾ। ਸਮਾਂ ਹੈ 7 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ। ਸੰਗਰਾਂਦ 17 ਤਰੀਕ ਦੀ ਹੈ। ਗੁਰੂ ਘਰ ਦੀ ਸੇਵਾ ਦੇ ਵਿੱਚ ਗੁਰੂ ਕੇ ਲੰਗਰਾਂ ਵਾਸਤੇ ਰਸਦ, ਕੜਾ ਪ੍ਰਸ਼ਾਦ ਦੀ ਦੇਗ ਵਾਸਤੇ ਦੇਸੀ ਘਿਓ, ਬਾਲਾ ਸਾਹਿਬ ਹਸਪੀਟਲ ਵਾਸਤੇ ਬੈੱਡ ਤੋਂ ਲੈ ਕੇ ਵੈਂਟੀਲੇਟਰ ਤੱਕ ਕੋਈ ਵੀ ਸੇਵਾ ਆਪ ਜੀ ਭੇਜ ਸਕਦੇ ਹੋ। ਇਮਾਰਤ ਦੀ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਕਰਵਾ ਰਹੇ ਹਨ। ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਪੰਜਾਬੀ ਬੋਲੋ, ਬੱਚਿਆਂ ਨੂੰ ਗੁਰਮੁਖੀ ਪੜ੍ਹਾਓ ਤਾਂ ਕਿ ਸਾਡੇ ਬੱਚੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਚਰਨੀ ਲੱਗ ਸਕਣ। ਆਪਣੇ ਨਾਵਾਂ ਦੇ ਨਾਲ ਵੀ ਸਿੰਘ ਤੇ ਕੌਰ ਸ਼ਬਦ ਲਿਖਿਆ ਕਰੋ। ਜੋ ਆਪਾਂ ਜਾਤਾਂ ਪਾਤਾਂ ਗੋਤਰ ਲਿਖਦੇ ਹਾਂ, ਇਹਨਾਂ ਨੂੰ ਸਿੱਖ ਧਰਮ ਦੇ ਵਿੱਚ ਕੋਈ ਥਾਂ ਪ੍ਰਵਾਨਗੀ ਨਹੀਂ ਹੈ।
ਸਮੇਂ ਦੀ ਮੌਸਮ ਦੀ ਤਬਦੀਲੀ ਹੋ ਰਹੀ ਹੈ। ਸੋ ਐਤਵਾਰ ਤੋਂ ਕੱਲ੍ਹ 11 ਤਰੀਕ ਤੋਂ ਸੋਦਰ ਦਾ ਪਾਠ 15 ਮਿੰਟ ਪਹਿਲਾਂ ਆਰੰਭ ਹੋਵੇਗਾ। 6:30 ਵਜੇ ਪਾਠ ਦੀ ਆਰੰਭਤਾ ਹੋਵੇਗੀ। 7:15 ਵਜੇ ਤੱਕ ਅਰਦਾਸ ਸ਼੍ਰੀ ਮੁੱਖ ਵਾਕ ਦਾ ਸਮਾਂ ਰਹੇਗਾ। ਕੱਲ੍ਹ ਤੋਂ ਬਾਅਦ ਜੋ ਸੁਖ ਆਸਣ ਦੀ ਸੇਵਾ ਹੈ, ਸਮਾਂ ਹੈ, ਉਹ ਠੀਕ 10 ਵਜੇ ਹੋਇਆ ਕਰੇਗਾ। ਜੋ ਰੋਜ਼ ਦੇ ਸਤਸੰਗੀ ਹਨ, ਪ੍ਰੇਮੀ ਹਨ, ਉਹ ਜ਼ਰੂਰ ਸਮਾਂ ਨੋਟ ਕਰ ਲੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣਾਵਗਣ ਨਾ ਵਿਚਾਰੋ ਕੋਈ, ਮਟੀ ਕਾ ਕਿਆ ਧੋਪੈ ਸੁਆਮੀ, ਮਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਏਹੀ, ਕੋਟ ਪਰਾਧ ਹਮਾਰੇ ਖੰਡੋ, ਅਨੇਕ ਵਿਧि ਸਮਝਾਵੋ, ਹਮ ਅਗਿਆਨ ਅਲਪ ਮਤ ਥੋਰੀ, ਤੁਮ ਆਪਨ ਵਿਰਦ ਰਖਾਵੋ, ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਿਕ, ਦਇਆ ਸਿੰਧ ਕਿਰਪਾ ਨਿਧ, ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ, ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ, ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਬਾਲਾ ਪ੍ਰੀਤਮ 8ਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਹਾਜ਼ਰੀਆਂ ਭਰ ਕੇ ਸ੍ਰੇਸ਼ਟ ਕਰਮ ਕਰਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਰੇ ਕੰਮਾਂ ਵਿੱਚੋਂ ਇਹ ਕੰਮ ਸ੍ਰੇਸ਼ਟ ਹੈ, ਕਿਉਂਕਿ ਜਿਵੇਂ ਹੀ ਦਿਨ ਦੀ ਸ਼ੁਰੂਆਤ ਹੁੰਦੀ ਹੈ, ਮਨੁੱਖ ਕੋਲ ਆਪਣੇ ਕਰਮਾਂ ਦੀ ਕੰਮਾਂ ਦੀ ਲੜੀ ਲੱਗ ਜਾਂਦੀ ਹੈ। ਅੱਜ ਆ ਵੀ ਕਰਨਾ, ਅੱਜ ਆ ਵੀ ਕਰਨਾ, ਅੱਜ ਫਲਾਨੀ ਜਗ੍ਹਾ 'ਤੇ ਜਾਣਾ। ਉਹ ਕੰਮ ਸੰਸਾਰ ਵਾਸਤੇ, ਪਰਿਵਾਰ ਵਾਸਤੇ, ਕਾਰੋਬਾਰ ਵਾਸਤੇ ਜ਼ਰੂਰੀ ਹੁੰਦੇ ਨੇ, ਪਰ ਸਭ ਕੰਮਾਂ ਨਾਲੋਂ ਸ੍ਰੇਸ਼ਟ ਕੰਮ ਹੈ ਜੋ ਸਤਿਗੁਰ ਜੀ ਹੁਣ ਕਿਰਪਾ ਕਰਕੇ ਆਪਣੇ ਤੋਂ ਕਰਵਾ ਰਹੇ ਹਨ। ਇਹ ਸ੍ਰੇਸ਼ਟ ਕਰਮ ਹਰ ਕੀਰਤ ਸਾਧ ਸੰਗਤ ਹੈ। ਸਿਰ ਕਰਮਨ ਕੇ ਕਰਮਾ, ਇਹ ਸ੍ਰੇਸ਼ਟ ਕਰਮ ਹੈ।
ਤੁਸੀਂ ਰੋਜ਼ ਹੀ ਪੜ੍ਹਦੇ ਹੋ, ਸਭ ਤੋਂ ਵੱਡਾ ਪੁੰਨ ਹੈ ਕਲਮੈ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਵਿੱਚ ਇਹ ਸਭ ਤੋਂ ਵੱਡਾ ਪੁੰਨ ਹੈ। ਸੰਗਤ ਵਿੱਚ ਬਹਿ ਕੇ ਜੇ ਕੋਈ ਜੀਵ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਉਂਦਾ ਹੈ, ਸਤਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕਰਕੇ ਆਪਾਂ ਨੂੰ ਇਹ ਸਮਾਂ ਬਖਸ਼ਿਸ਼ ਕੀਤਾ ਹੈ। ਲੜੀਵਾਰ ਚੱਲ ਰਹੀ ਪਾਵਨ ਗੁਰਸ਼ਬਦ ਵਿਚਾਰ ਦੇ ਤਹਿਤ ਅੱਜ ਦਾ ਪਾਵਨ ਪਵਿੱਤਰ ਸ਼ਬਦ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਉਚਾਰਨ ਕੀਤਾ ਹੋਇਆ ਸ੍ਰੀ ਰਾਗ ਅੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਅੰਗ 40 ਉੱਤੇ ਇਹ ਪਵਿੱਤਰ ਸ਼ਬਦ ਸੁਭਾਇਮਾਨ ਹੈ। ਇਸ ਪਾਵਨ ਸ਼ਬਦ ਦਾ ਪਾਠ ਆਪ ਜੀਆਂ ਨੇ ਸਤਿਕਾਰਯੋਗ ਇਸ ਪਾਵਨ ਸਥਾਨ ਦੇ ਮੁੱਖ ਗ੍ਰੰਥੀ ਗਿਆਨੀ ਰਣਜੀਤ ਸਿੰਘ ਜੀ ਤਿੰਨਾਂ ਦੀ ਮੁਬਾਰਕ ਰਸਨਾ ਤੋਂ ਸਰਵਣ ਕੀਤਾ ਹੈ। ਔਰ ਕੁਝ ਜ਼ਰੂਰੀ ਬੇਨਤੀਆਂ ਜਿਹੜੀਆਂ ਪੰਥਕ ਹਲੂਣਾ ਬਹੁਤ ਜ਼ਰੂਰੀ ਹੈ, ਉਹ ਵੀ ਤੁਸੀਂ ਉਹਨਾਂ ਦੀ ਮੁਬਾਰਕ ਰਸਨਾ ਤੋਂ ਸੁਣੀਆਂ ਨੇ। ਆਓ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਸਾਰੀ ਸੰਗਤ ਕਰੋ ਕਿਰਪਾਲਤਾ, ਬਖਸ਼ੋ ਅਸੀਸ ਹਾਜ਼ਰੀ ਲਵਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਜ ਕੇ ਆਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਵਾਹਿਗੁਰੂ ਕਹਿੰਦਿਆਂ ਮੁੱਖ ਪਵਿੱਤਰ ਔਰ ਵਾਹਿਗੁਰੂ ਕਹਿੰਦਿਆਂ ਸਵਾਸਾਂ ਦਾ ਭਲਾ। ਜਿਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਆਪਾਂ ਸ਼ਬਦ ਦੀ ਵਿਚਾਰ ਕਰਨ ਵਾਸਤੇ ਬੈਠੇ ਹਾਂ। ਸ਼ਬਦ ਬਹੁਤ ਗਹਿਰੀ ਚੀਜ਼ ਹੈ, ਜਿਹਨੂੰ ਸਮਝਣ ਵਾਸਤੇ ਸਾਧ ਸੰਗਤ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰੇ ਤਾਂ ਸੋਝੀ ਆਉਂਦੀ ਹੈ, ਨਹੀਂ ਤਾਂ ਕਈ ਜਨਮ ਲੰਘ ਜਾਣਗੇ, ਸ਼ਬਦ ਦੀ ਸਮਝ ਨਹੀਂ ਆਉਂਦੀ। ਅਕਾਲ ਪੁਰਖ ਵਾਹਿਗੁਰੂ ਜੀ ਨੇ ਸਭ ਤੋਂ ਪਹਿਲਾਂ ਆਪਣਾ ਆਪ ਸਾਜਿਆ, ਫਿਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਸ਼ਬਦ ਦੀ ਰਚਨਾ ਕੀਤੀ। ਅਕਾਲ ਪੁਰਖ ਵਾਹਿਗੁਰੂ ਰੱਬ ਤੋਂ ਹੀ ਸ਼ਬਦ ਉਪਜਿਆ ਔਰ ਸ਼ਬਦ ਨੂੰ ਮਹਾਰਾਜ ਨੇ ਬਾਣੀ ਅੰਦਰ ਹੁਕਮ ਵੀ ਕਿਹਾ। ਤੁਸੀਂ ਰੋਜ਼ ਹੀ ਸੁਣਦੇ ਹੋ ਸ਼ਬਦ, ਤੁਹਾਨੂੰ ਯਾਦ ਹੈ, ਆਪੀਨੇ ਆਪ ਸਾਜਿਓ ਆਪੀਨੇ ਰਚਿਓ ਨਾਉ। ਪਹਿਲਾਂ ਰੱਬ ਨੇ ਆਪਣੇ ਆਪ ਨੂੰ ਸਾਜਿਆ, ਫਿਰ ਰੱਬ ਤੋਂ ਨਾਉ ਪੈਦਾ ਹੋਇਆ। ਉਹ ਨਾਉ ਜਿਹਨੂੰ ਹੁਕਮ ਕਿਹਾ ਮਹਾਰਾਜ, ਉਹ ਨਾਮ ਜਿਹਨੂੰ ਮਹਾਰਾਜ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਉਹ ਨਾਮ ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਹੈ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਇੱਕੋ ਨਾਮ ਬਖਾਣੀ ਹੈ, ਉੱਥੇ ਹਜ਼ੂਰ ਕਹਿਣਗੇ ਇੱਕੋ ਨਾਮ ਹੁਕਮ ਹੈ। ਪਹਿਲਾਂ ਰੱਬ ਨੇ ਆਪਣਾ ਆਪ ਸਾਜਿਆ, ਉਹਨੂੰ ਕਿਸੇ ਨੇ ਬਣਾਇਆ ਨਹੀਂ ਹੈ। ਉਹ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹ ਸਹਿ ਭੰਗ ਹੈ, ਆਪਣੇ ਆਪ ਤੋਂ ਸਵੈਮ ਤੋਂ ਪ੍ਰਗਟ ਹੋਇਆ। ਫਿਰ ਉਸ ਰੱਬ ਨੇ ਆਪਣੇ ਹੁਕਮ ਨਾਲ ਸ੍ਰਿਸ਼ਟੀ ਸਾਜੀ। ਜਿਹੜਾ ਹੁਕਮ ਸੀ ਉਹਨੂੰ ਮਹਾਰਾਜ ਨੇ ਸ਼ਬਦ ਕਿਹਾ। ਸ਼ਬਦ ਜਿਹੜਾ ਸਾਧ ਸੰਗਤ, ਉਹ ਸੰਸਾਰ ਵਿੱਚ ਫਿਰ ਜਿੰਨਾ ਵੀ ਆਪਣਾ ਸੰਬੰਧ ਹੈ ਨਾ ਦੁਨੀਆ ਵਿੱਚ, ਇਹ ਸ਼ਬਦ ਕਰਕੇ ਹੈ। ਸ਼ਬਦ ਗੁਰੂ ਵੱਲ ਆਉਣ ਤੋਂ ਪਹਿਲਾਂ ਹੀ ਵਿਚਾਰ ਕਰਿਓ, ਸੰਸਾਰ ਸ਼ਬਦ ਕਰਕੇ ਹੈ। ਜੇ ਸ਼ਬਦ ਨਹੀਂ ਤਾਂ ਸੰਸਾਰ ਵੀ ਨਹੀਂ ਹੋ ਸਕਦਾ। ਜੋ ਕੁਝ ਚੱਲ ਰਿਹਾ ਸ਼ਬਦ ਕਰਕੇ ਹੈ। ਜਦੋਂ ਅਕਾਲ ਪੁਰਖ ਰੱਬ ਨੇ ਸੰਸਾਰ ਦੀ ਸ੍ਰਿਸ਼ਟੀ ਸਾਜੀ, ਫਿਰ ਆਪਣੇ ਹੁਕਮ ਤੋਂ, ਸ਼ਬਦ ਤੋਂ, ਜਿਹਨੂੰ ਤੁਸੀਂ ਜਪਜੀ ਸਾਹਿਬ ਵਿੱਚ ਪੜ੍ਹ ਕੇ ਆਏ ਹੋ, ਕੀਤਾ ਪਸਾਓ ਇੱਕੋ ਕਵਾਓ। ਕਵਾਓ ਦਾ ਅਰਥ ਵੀ ਹੁਕਮ, ਕਵਾਓ ਦਾ ਅਰਥ ਵੀ ਸ਼ਬਦ, ਕਵਾਓ ਦਾ ਅਰਥ ਵੀ ਬੋਲਣਾ। ਪੰਜਾਬ ਵਿੱਚ ਇੱਕ ਇਲਾਕਾ ਹੈ ਜਿਹੜਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਾਲਾ ਹੈ,
ਮਾਝੇ ਵਿੱਚ ਕੁਝ ਇਲਾਕੇ ਦੀ ਬੋਲੀ ਹੈ, ਉਹ ਕੂਣਾ ਕਹਿੰਦੇ ਨੇ। ਕੋਇਆ ਹੀ ਨਹੀਂ ਹੈ, ਬੋਲਿਆ ਨਹੀਂ ਹੈ। ਕੂਣ ਦਾ ਅਰਥ ਹੁੰਦਾ ਬੋਲਣਾ। ਉਹ ਕਹਿਣਗੇ ਹੁਣ ਕੂਇਆ ਹੀ ਨਹੀਂ ਹੈ। ਉਹ ਕੂਏ ਤੋਂ ਬਣਿਆ ਕਵਾਊ। ਕਵਾਊ ਮੀਨਿੰਗ ਸ਼ਬਦ। ਸ਼ਬਦ ਦਾ ਅਰਥ ਹੈ ਬੋਲੀ। ਸ਼ਬਦ ਤੋਂ ਹੀ ਸੰਸਾਰ ਸ੍ਰਿਸ਼ਟੀ ਪੈਦਾ ਹੋਈ। ਕੀਤਾ ਪਸਾਓ ਇੱਕੋ ਕਵਾਊ। ਜਦੋਂ ਅਕਾਲ ਪੁਰਖ ਰੱਬ ਨੇ ਸ੍ਰਿਸ਼ਟੀ ਸਾਜੀ, ਫਿਰ ਸਾਜੀ ਹੋਈ ਸ੍ਰਿਸ਼ਟੀ ਵਿੱਚ ਵੀ ਸ਼ਬਦ ਚਾਹੀਦਾ ਸੀ। ਸਭ ਤੋਂ ਪਹਿਲਾਂ ਮਨੁੱਖ ਨੇ ਦੂਜੇ ਨੂੰ ਆਪਣੀ ਨੀਡ ਸਮਝਾਉਣ ਵਾਸਤੇ, ਲੋੜ ਸਮਝਾਉਣ ਲਈ ਇਸ਼ਾਰਿਆਂ ਵਿੱਚ ਗੱਲ ਸ਼ੁਰੂ ਹੋਈ। ਪਿਆਸ ਲੱਗੀ ਹੈ, ਉਹਨੇ ਪੀਣ ਦਾ ਇਸ਼ਾਰਾ ਕੀਤਾ। ਭੁੱਖ ਲੱਗੀ ਹੈ, ਖਾਣ ਦਾ ਇਸ਼ਾਰਾ ਕੀਤਾ। ਪਰ ਜਿਹੜੇ ਇਸ਼ਾਰੇ ਸਨ ਉਹ ਬਹੁਤੀ ਦੂਰ ਤੱਕ ਕੰਮ ਨਹੀਂ ਸੀ ਕਰ ਸਕਦੇ। ਫਿਰ ਸਾਜੀ ਹੋਈ ਸ੍ਰਿਸ਼ਟੀ ਵਿੱਚੋਂ ਮਨੁੱਖ ਨੇ ਸ਼ਬਦਾਂ ਦੀ ਕਾਢ ਕੱਢੀ। ਫਿਰ ਇਹਨੇ ਲਿਖਣਾ ਸ਼ੁਰੂ ਕੀਤਾ। ਕੋਈ ਦੂਰ ਬੈਠਾ ਉਹਨੂੰ ਲਿਖਤੀ ਪੱਤਿਆਂ ਉੱਤੇ ਲਿਖਣਾ ਸ਼ੁਰੂ ਕੀਤਾ। ਸਹਿਜੇ ਸਹਿਜੇ ਕਾਗਜ਼ ਦੀ ਉਤਪਤੀ ਹੋਈ। ਫਿਰ ਲਿਖਤ ਦੇ ਵਿੱਚ ਉਹ ਸ਼ਬਦ ਆ ਗਏ। ਕੋਈ ਚੀਜ਼ ਲੋੜ ਹੈ ਤਾਂ ਚੀਜ਼ਾਂ ਦੇ ਨਾਮ ਰੱਖੇ ਗਏ ਸ਼ਬਦ ਦੇ ਰਾਹੀਂ। ਸ਼ਬਦ ਕਰਕੇ ਨਾਮ ਹੈ, ਨਾਮ ਰੱਖੇ ਗਏ। ਫਿਰ ਉਹ ਲਿਖਤ ਰੂਪ ਵਿੱਚ ਦੂਰ ਦੂਰ ਭੇਜੇ ਗਏ। ਹੁਣ ਇੱਕ ਮੁਸ਼ਕਲ ਹੋਰ ਪੈਦਾ ਹੋਈ, ਜਿਹੜਾ ਲਿਖਤ ਹੈ ਉਹ ਦੂਰ ਤੱਕ ਜਾ ਸਕਦੀ ਹੈ। ਇਸ਼ਾਰਾ ਜਿਹੜਾ ਉਹ ਨੇੜੇ ਤੇੜੇ ਸਮਝਾਇਆ ਜਾ ਸਕਦਾ। ਮੈਨੂੰ ਖਾਣ ਦੀ ਜ਼ਰੂਰਤ ਹੈ, ਆਹ ਚੀਜ਼ ਦੀ ਲੋੜ ਹੈ। ਕੁਝ ਚੀਜ਼ਾਂ ਇਸ਼ਾਰਿਆਂ ਨਾਲ ਸਮਝ ਜਾਂਦੇ। ਇੱਕ ਮੁਸ਼ਕਲ ਇਹ ਪੈਦਾ ਹੋਈ ਵੀ ਜਿਹੜਾ ਬੰਦਾ ਨੇਤਰਹੀਣ ਹੈ, ਨਾ ਉਹ ਇਸ਼ਾਰਾ ਸਮਝ ਸਕਦਾ ਹੈ। ਨੇਤਰਹੀਣ ਬੰਦਾ ਜਿਹੜਾ ਹੈ, ਨਾ ਉਹ ਲਿਖਤ ਪੜ੍ਹ ਸਕਦਾ ਹੈ। ਉਹਦੇ ਵਾਸਤੇ ਮੁਸ਼ਕਲ ਹੈ। ਫਿਰ ਉਹ ਕਿਵੇਂ ਸਮਝੇ? ਉਹਦੇ ਵਾਸਤੇ ਫਿਰ ਸ਼ਬਦ ਬਣਨੇ ਸ਼ੁਰੂ ਹੋਏ। ਬੰਦੇ ਨੇ ਬੋਲਣਾ ਸ਼ੁਰੂ ਕੀਤਾ, ਉੱਥੋਂ ਸ਼ਬਦ ਦੀ ਉਤਪਤੀ ਹੋਈ। ਅੰਨੇ ਬੰਦੇ ਨੂੰ, ਨੇਤਰਹੀਣ ਬੰਦੇ ਨੂੰ ਤੁਸੀਂ ਬੋਲ ਕੇ ਸਮਝਾ ਸਕਦੇ ਹੋ। ਹੁਣ ਤਾਂ ਭਾਵੇਂ ਨੇਤਰਹੀਣ ਦੀ ਜਿਹੜੀ ਦੁਨੀਆ ਹੈ, ਸਾਧ ਸੰਗਤ, ਉਹਦੇ ਵਿੱਚ ਬਹੁਤ ਤਰੱਕੀ ਨੇਤਰਹੀਣਾਂ ਨੇ ਕੀਤੀ ਹੈ। ਅੱਖਾਂ ਵਾਲਿਆਂ ਨਾਲੋਂ ਵੱਧ ਕਈ ਥਾਵਾਂ ਤੇ ਅੱਖਾਂ ਤੋਂ ਹੀਣੇ ਬੰਦਿਆਂ ਨੇ ਤਰੱਕੀ ਕੀਤੀ ਹੈ। ਭਾਸ਼ਾ ਵੀ ਬਰੇਲ ਬਣ ਗਈ ਉਹਨਾਂ ਦੀ, ਔਰ ਬਹੁਤ ਵੱਡੇ ਵੱਡੇ ਅਹੁਦਿਆਂ ਉੱਤੇ ਲੋਕ ਰਹੇ ਨੇ। ਇੱਕ ਕੰਟਰੀ ਵਿੱਚ 3 ਟਰਮਾਂ ਵਿੱਚ ਬੰਦਾ ਮਿਨਿਸਟਰ ਰਿਹਾ, ਪਰ ਨੇਤਰਹੀਣ ਸੀ ਉਹ। ਪਾਤਸ਼ਾਹ ਨੇ ਬਾਣੀ ਅੰਦਰ ਵੀ ਇਹ ਗੱਲ ਕਹੀ ਹੈ, ਭਾਈ ਅੰਧੇ ਇਹ ਨਾ ਆਖੀਆਂ ਜਿਨ ਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ ਜੇ ਖਸਮੋਂ ਕੁੱਥੇ ਜਾਹੇ। ਇਹ ਮੈਂ ਤਾਂ ਬੇਨਤੀ ਕੀਤੀ ਵੀ ਕਿਤੇ ਉਧਰਲੇ ਪਾਸਿਓਂ ਕੋਈ ਆਪਣੇ ਆਪ ਨੂੰ ਗਲਤ ਨਾ ਸਮਝ ਲਈ। ਖੈਰ, ਸ਼ਬਦ ਦੀ ਉਤਪਤੀ ਇਸ਼ਾਰਿਆਂ ਤੋਂ ਲਿਖਣ ਵਿੱਚ, ਫਿਰ ਬੋਲਣ ਵਿੱਚ। ਹੁਣ ਜਿਹੜੇ ਸ਼ਬਦ ਨੇ, ਫਿਰ ਬੰਦੇ ਨੇ ਹਰ ਚੀਜ਼ ਦਾ ਨਾਮ ਰੱਖਿਆ ਸ਼ਬਦ ਵਿੱਚ। ਕੋਈ ਚੀਜ਼ ਘਰੋਂ ਲੈਣ ਜਾਓ, ਫਲਾਂ ਦੇ ਨਾਮ ਰੱਖੇ ਹੋਏ ਨੇ, ਸਬਜ਼ੀਆਂ ਦੇ ਨਾਮ ਰੱਖੇ ਹੋਏ ਨੇ। ਸਪੋਜ਼ ਮੰਨ ਲਓ ਨਾਮ ਨਾ ਹੋਵੇ, ਕਿਸੇ ਚੀਜ਼ ਦਾ ਨਾਮ ਨਾ ਹੋਵੇ, ਸੰਸਾਰ ਅੰਧਕਾਰ ਬਣ ਜਾਏਗਾ। ਨਾਮ ਤੋਂ ਸੰਸਾਰ ਉਪਜਿਆ, ਨਾਮ ਕਰਕੇ, ਸ਼ਬਦ ਕਰਕੇ ਸੰਸਾਰ ਹੈ। ਜਦੋਂ ਫਿਰ ਤੁਸੀਂ ਗੁਰੂ ਬਾਣੀ ਵੱਲ ਆਓਗੇ, ਇੱਥੇ ਗੁਰੂ ਬਾਣੀ ਨੂੰ ਵੀ ਗੁਰ ਸ਼ਬਦ ਕਿਹਾ। ਔਰ ਸਾਧ ਸੰਗਤ, ਉਹ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੈ, ਉਹਨੂੰ ਸਮਝਣ ਵਾਸਤੇ ਫਿਰ ਹੋਰ ਗਹਿਰਾਈ ਦੀ ਲੋੜ ਹੈ। ਉਸੇ ਸ਼ਬਦ ਨੂੰ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਹਾ, ਗੁਣ ਗਾਵਾਂ ਗੁਣ ਬਿਥਰਾਂ, ਗੁਣ ਬੋਲੀ ਮੇਰੀ ਮਾਏ। ਹੁਣ ਉਹ ਸ਼ਬਦ ਜਿਹੜਾ ਗੁਰੂ ਦਾ ਸ਼ਬਦ ਹੈ, ਸਾਧ ਸੰਗਤ, ਫਿਰ ਧਾਰਮਿਕ ਗ੍ਰੰਥਾਂ ਦੀ ਸੰਸਾਰ ਵਿੱਚ ਉਪਜ ਹੋਈ। ਜਿੰਨੇ ਧਾਰਮਿਕ ਗ੍ਰੰਥ ਬਣੇ, ਜੋ ਰੱਬ ਵੱਲੋਂ ਹੁਕਮ ਹੋਇਆ, ਉਹ ਸ਼ਬਦਾਂ 'ਚ ਲਿਖਿਆ ਗਿਆ। ਜਿਵੇਂ ਜਿਵੇਂ ਵਕਤ ਵੱਧਦਾ ਗਿਆ, ਉਹਨਾਂ ਗ੍ਰੰਥਾਂ ਵਿੱਚ ਮਿਲਾਵਟ ਵੀ ਹੁੰਦੀ ਗਈ। ਕਦੇ ਸਾਧ ਸੰਗਤ 8000 ਸ਼ਲੋਕ ਹਿੰਦੂਆਂ ਦੇ ਧਾਰਮਿਕ ਗ੍ਰੰਥ ਗੀਤਾ ਦੇ ਲਿਖੇ ਗਏ। ਫਿਰ ਉਹ ਵੱਧ ਕੇ ਹੁਣ ਸਾਧ ਸੰਗਤ 16000 ਤੋਂ ਵੀ ਉੱਪਰ ਹੋ ਗਏ। ਹੁਣ ਉਹ 24000 ਦੀਆਂ ਲਿਖਤਾਂ ਵੀ ਨੇ। ਵਿੱਚ ਮਿਲਾਵਟ ਹੁੰਦੀ ਰਹਿੰਦੀ, ਉਹਦੇ ਵਿੱਚ ਵਾਧਾ ਹੁੰਦਾ ਰਹਿੰਦਾ। ਕਈ ਚੀਜ਼ਾਂ ਦਾ ਵਿੱਚ ਮਿਲਾਵਟ ਹੋ ਗਈ। ਇਸ ਤਰ੍ਹਾਂ ਰੱਬ ਦੀ ਵਡਿਆਈ ਵੀ ਸ਼ਬਦਾਂ ਵਿੱਚ ਕੀਤੀ ਗਈ। ਰੱਬ ਦੀ ਵਡਿਆਈ ਵੀ ਸ਼ਬਦੀ ਤੌਰ ਤੇ ਉਹ ਸ਼ਬਦਾਂ ਵਿੱਚ, ਅੱਖਰਾਂ ਵਿੱਚ ਕੀਤੀ ਗਈ। ਇੱਕ ਨੁਕਤਾ ਹੋਰ ਧਿਆਨ ਨਾਲ ਸਮਝੋ, ਜਿੱਥੇ ਥੋੜਾ ਜਿਹਾ ਭਟਕਣ ਦਾ ਖਤਰਾ ਹੈ। ਜਦੋਂ ਇਹ ਵਿਆਖਿਆ ਚੱਲਦੀ ਜਾਏਗੀ, ਫਿਰ ਐ ਵੀ ਸਮਝ ਆਏਗਾ ਵੀ ਸ਼ਬਦ ਤਾਂ ਜਾਣਕਾਰੀ ਹੈ, ਕਿਉਂਕਿ ਅੱਖਰਾਂ ਨਾਲ ਹੀ ਜਾਣਕਾਰੀ ਮਿਲਦੀ ਹੈ। ਫਲਾਨੀ ਚੀਜ਼ ਦਾ ਨਾਮ ਕੀ ਹੈ, ਉਹਦਾ ਨਾਮ ਰੱਖਿਆ ਗਿਆ। ਨਾਮ ਜਿਹੜਾ ਉਹ ਜਾਣਕਾਰੀ ਦਿੰਦਾ, ਗਿਆਨ ਨਹੀਂ ਦਿੰਦਾ ਉਹਦਾ।
ਇਸੇ ਲਈ ਕਈ ਬੰਦੇ ਇਸੇ ਜਗ੍ਹਾ ਤੇ ਰੁਕ ਗਏ। ਕਈ ਵਾਰ ਪ੍ਰਚਾਰ ਵੀ ਇਦਾਂ ਸ਼ੁਰੂ ਹੋ ਗਿਆ, ਨਹੀਂ ਜੀ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਸਿਰਫ ਜਾਣਕਾਰੀ ਹੈ, ਉਸ ਤੋਂ ਅੱਗੇ ਵੀ ਤੁਹਾਨੂੰ ਵਧਣਾ ਪਏਗਾ। ਇਹ ਹਕੀਕਤ ਹੈ ਕਿ ਗੁਰਬਾਣੀ ਸ਼ਬਦ ਧਾਰਮਿਕ ਗ੍ਰੰਥ ਜਿਹੜੇ ਨੇ ਉਹ ਜਾਣਕਾਰੀ ਦਿੰਦੇ ਨੇ, ਪਰ ਉਸ ਤੋਂ ਅੱਗੇ ਵੀ ਵਿਚਾਰ ਕਰਨ ਦੀ ਲੋੜ ਹੈ। ਜਦੋਂ ਤੁਸੀਂ ਸ਼ਬਦ ਗੁਰੂ ਤੱਕ ਜਾਓਗੇ ਫਿਰ ਕਹਾਣੀ ਅੱਗੇ ਬਦਲ ਜਾਏਗੀ। ਮੈਂ ਕਈ ਵਾਰ ਇੱਥੋਂ ਵੀ ਇਹ ਬੇਨਤੀ ਕੀਤੀ ਹੈ, ਕਲਾਸਾਂ ਵੱਡੀਆਂ ਹੁੰਦੀਆਂ ਜਾਂਦੀਆਂ ਨੇ, ਕਿਤਾਬਾਂ ਘਟਦੀਆਂ ਜਾਂਦੀਆਂ ਨੇ। ਛੋਟੀ ਕਲਾਸ ਦੇ ਬੱਚੇ ਕੋਲ 10 ਕਿਤਾਬਾਂ ਹੋ ਸਕਦੀਆਂ ਨੇ, ਜਦੋਂ ਯੂਨੀਵਰਸਿਟੀ ਵਿੱਚ ਚਲੇ ਜਾਂਦਾ ਇੱਕੋ ਹੀ ਰਜਿਸਟਰ, 1-2 ਕਿਤਾਬਾਂ ਰਹਿ ਜਾਂਦੀਆਂ ਨੇ। ਪੜ੍ਹਾਈ ਟਫ ਹੋ ਗਈ ਹੈ, ਕਿਤਾਬਾਂ ਦੀ ਗਿਣਤੀ ਘਟ ਗਈ। ਛੋਟੀ ਕਲਾਸ ਵਿੱਚ ਵਸਤਾ ਵੱਡਾ ਹੁੰਦਾ, ਕਈ ਵਾਰ ਬੱਚੇ ਤੋਂ ਚੁੱਕਿਆ ਨਹੀਂ ਜਾਂਦਾ, ਮਾਂ ਚੁੱਕ ਕੇ ਸਕੂਲ ਛੱਡਣ ਜਾਂਦੀ ਹੈ ਕਿਉਂਕਿ ਬੈਗ ਭਾਰ ਹੈ, ਕਿਤਾਬਾਂ ਜ਼ਿਆਦਾ ਨੇ। ਕਲਾਸ ਵੱਡੀ ਹੋ ਗਈ ਹੈ, ਕਿਤਾਬ ਘਟ ਗਈ ਹੈ। ਸੋ ਜਦੋਂ ਸ਼ਬਦ ਦੀ ਬਰੀਕੀ ਵਿੱਚ ਜਾਵਾਂਗੇ ਫਿਰ ਹੋਰ ਗਹਿਰੇ ਗਿਆਨ ਨਾਲ ਸੋਚਣਾ ਪਏਗਾ। ਸ਼ਬਦ ਕੱਲਾ ਜਾਣਕਾਰੀ ਨਹੀਂ ਹੈ। ਇੱਥੋਂ ਤੱਕ ਹੋਰ ਸੁਣਿਆ, ਜਾਣਕਾਰੀ ਕਿਵੇਂ? ਮੰਨ ਲਓ ਕੋਈ ਬੰਦਾ ਕਹਿੰਦਾ ਜੀ ਚਿੜੀਆਂ ਚੀਂ ਚੀਂ ਕਰ ਰਹੀਆਂ ਨੇ, ਇਹ ਜਾਣਕਾਰੀ ਹੈ, ਸ਼ਬਦਾਂ ਰਾਹੀਂ ਜਾਣਕਾਰੀ ਦਿੱਤੀ ਗਈ। ਪਰ ਮਾਫ ਕਰਿਓ, ਚਿੜੀਆਂ ਚੀਂ ਚੀਂ ਨਹੀਂ ਕਰਦੀਆਂ, ਉਹਦਾ ਗਿਆਨ ਲੈਣ ਲਈ ਤੁਹਾਨੂੰ ਸੁਣਨਾ ਪੈਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੇ ਕਿਹਾ, ਹਰ ਹੱਡ ਵੀ ਤੂੰ ਤੂੰ ਕਰੇ, ਬੋਲੇ ਭਲੀ ਬਾਣ। ਹੁਣ ਹੱਡ ਜਿਹੜਾ ਉਹ ਤੂੰ ਤੂੰ ਨਹੀਂ ਕਰ ਰਿਹਾ, ਉਹ ਤਾਂ ਟਿਕ ਟਿਕ ਕਰ ਰਿਹਾ। ਜਦੋਂ ਤੁਸੀਂ ਉਹ ਤੂੰ ਤੂੰ ਵਾਲੇ ਗਿਆਨ ਵਿੱਚ ਉਤਰਨਾ ਪਏਗਾ ਕਿ ਹਰਡ ਵੀ ਤੂੰ ਤੂੰ ਕਰ ਰਿਹਾ, ਫਿਰ ਉਹਦੇ ਅਨੁਭਵ ਵਿੱਚ, ਉਹਦੇ ਗਿਆਨ ਵਿੱਚ ਜਾਣਾ ਪਏਗਾ। ਸ਼ਬਦ ਪਹਿਲਾਂ ਜਾਣਕਾਰੀ ਦਿੰਦਾ ਹੈ, ਜਾਣਕਾਰੀ ਤੋਂ ਅੱਗੇ ਗਿਆਨ ਸ਼ੁਰੂ ਹੁੰਦਾ ਹੈ। ਤੁਹਾਨੂੰ ਜਾਣਕਾਰੀ ਮਿਲੀ ਹੈ ਵੀ ਆਹ ਰਸਤਾ ਸ਼੍ਰੀ ਬੰਗਲਾ ਸਾਹਿਬ ਜਾਂਦਾ ਹੈ, ਸਾਈਨ ਬੋਰਡ ਲਿਖੇ ਹੋਏ ਨੇ, ਤੁਸੀਂ ਜਾਣਕਾਰੀ ਨਾਲ ਪਹੁੰਚ ਗਏ ਹੋ। ਨੈਵੀਗੇਸ਼ਨ ਲਾ ਲਓ, ਤੁਹਾਨੂੰ ਉਹ ਜਾਣਕਾਰੀ ਦਿੰਦਾ ਹੈ ਵੀ ਆਹ ਰਸਤੇ ਇੰਨੇ ਮਿੰਟ ਵਿੱਚ ਤੁਸੀਂ ਗੁਰਦੁਆਰੇ ਪਹੁੰਚ ਜਾਓਗੇ। ਉਹ ਜਾਣਕਾਰੀ ਨਾਲ ਗੁਰਦੁਆਰੇ ਤੱਕ ਪਹੁੰਚ ਗਏ ਹੋ, ਗੁਰੂ ਤੱਕ ਨਹੀਂ, ਗੁਰਦੁਆਰੇ ਤੱਕ ਪਹੁੰਚੇ ਹੋ। ਅੱਗੇ ਗੁਰੂ ਤੱਕ ਪਹੁੰਚ ਲਿਜਾਣ ਲਈ ਗਿਆਨ ਵਿੱਚ ਉਤਰਨਾ ਪਏਗਾ। ਉਸੇ ਗਿਆਨ ਨੂੰ ਫਿਰ ਹਜ਼ੂਰ ਨੇ ਬਾਣੀ ਅੰਦਰ ਕਿਹਾ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ। ਇੱਕ ਵਾਰ ਪੜੋ, ਤੁਹਾਡਾ ਮਨ ਟਿਕੇਗਾ। ਕੁੰਭੇ ਬੱਧਾ ਜਲ ਰਹਿ, ਜਲ ਬਿਨ, ਗੱਜ ਕੇ ਪੜਿਆ ਕਰੋ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ। ਭਾਈ ਗਿਆਨ ਦਾ ਬੱਝਿਆ ਮਨ ਰਹਿੰਦਾ, ਪਰ ਇਹ ਵੀ ਸੱਚ ਹੈ, ਗੁਰੂ ਤੋਂ ਬਗੈਰ ਗਿਆਨ ਨਹੀਂ ਹੋ ਸਕਦਾ। ਕਿਤਾਬਾਂ ਚੋਂ ਸ਼ਬਦ ਪੜ੍ਹ ਕੇ ਜਾਣਕਾਰੀ ਮਿਲ ਸਕਦੀ ਹੈ। ਵਿਆਖਿਆ ਤੁਸੀਂ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸ਼ਬਦ ਦੀ ਵਿਆਖਿਆ ਮੋਬਾਈਲਾਂ ਤੋਂ ਪੜ੍ਹ ਸਕਦੇ ਹੋ। ਤੁਹਾਡੇ ਕੋਲ ਪੋਥੀਆਂ ਵਿੱਚ ਵਿਆਖਿਆ ਲਿਖੀ ਹੈ, ਪੜ੍ਹ ਸਕਦੇ ਹੋ। ਪਰ ਸਾਧ ਸੰਗਤ ਜਿਹੜੀ ਉਸ ਵਿਆਖਿਆ ਚੋਂ, ਉਸ ਸ਼ਬਦ ਵਿੱਚੋਂ ਜਿਹਨੂੰ ਗੁਰੂ ਦਾ ਗਿਆਨ ਕਿਹਾ, ਉਹ ਅੱਖਰੀ ਪੜਨ ਨਾਲ ਨਹੀਂ ਮਿਲੇਗਾ। ਉਹਦੇ ਵਿੱਚ ਫਿਰ ਗਿਆਨ ਚ ਉਤਰਨਾ ਪੈਣਾ, ਉਹ ਫਿਰ ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਹੋ ਸਕਦਾ। ਇਸ ਲਈ ਸ਼ਬਦ ਨੂੰ ਕੱਲੀ ਜਾਣਕਾਰੀ ਸਮਝਣਾ ਵੀ ਅਧੂਰਾ ਗਿਆਨ ਹੈ, ਕਿਉਂਕਿ ਗੁਰੂ ਸ਼ਬਦ ਜਿਹੜਾ ਉਹ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਫਿਰ ਉਸੇ ਬਾਣੀ ਨੂੰ ਹਜ਼ੂਰ ਕਹਿੰਦੇ ਨੇ, ਵਾਹ ਵਾਹ ਬਾਣੀ ਨਿਰੰਕਾਰ ਹੈ। ਨਾਲ ਕੰਡੀਸ਼ਨ ਲਾਈ, ਤਿਸ ਜੇ ਵਡ ਅਵਰ ਨਾ ਕੋਏ। ਭਾਈ ਇਸ ਗੁਰੂ ਦੀ ਬਾਣੀ ਦੇ ਬਰਾਬਰ ਹੋਰ ਕੋਈ ਸ਼ਬਦ, ਹੋਰ ਕੋਈ ਬਾਣੀ, ਹੋਰ ਕੋਈ ਬੋਲ ਨਹੀਂ ਹਨ। ਇਹ ਬਾਣੀ ਹੀ ਗੁਰੂ ਰੂਪ ਹੈ, ਔਰ ਇਹ ਬਾਣੀ ਸ੍ਰੇਸ਼ਟ ਹੈ। ਕਿਉਂ? ਇਹ ਰੱਬ ਦਾ ਇਲਹਾਮ ਦੇ ਰਹੀ ਹੈ। ਇਸੇ ਲਈ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ, ਜਿਨ੍ਹਾਂ ਦਾ ਅੱਜ ਜੋਤੀ ਜੋਤ ਪੁਰਬ ਸਮੁੱਚੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ, ਤੀਜੇ ਪਾਤਸ਼ਾਹ ਨੇ ਹੀ ਸਿੱਖਾਂ ਨੂੰ ਸੁਚੇਤ ਕਰ ਦਿੱਤਾ, ਸਿੱਖੋ ਧਿਆਨ ਵਿੱਚ ਰੱਖਿਓ, ਸੱਚੀ ਬਾਣੀ ਨਾਲ ਕੱਚੀ ਵੀ ਆ ਸਕਦੀ ਹੈ। ਤੁਸੀਂ ਕੱਚ ਤੋਂ ਬਚਣਾ, ਅੱਖਰ ਉਹੋ ਜਿਹੇ ਹੋਣਗੇ, ਬੋਲੀ ਉਹੋ ਜਿਹੀ ਹੋਏਗੀ, ਪਰ ਕੱਚਾ ਹੋਏਗਾ। ਜੇ ਤੁਸੀਂ ਕੱਚੇ ਨਾਲ ਜੁੜ ਗਏ, ਸੁਣਨ ਵਾਲੇ ਵੀ ਕੱਚੇ ਹੋਣਗੇ, ਰਾਹ ਤੇ ਚੱਲਣ ਵਾਲੇ ਵੀ ਕੱਚੇ ਹੋਣਗੇ। ਇਹ ਕੱਚੀ ਤੁਹਾਨੂੰ ਕੱਚੇ ਰਸਤੇ ਤੇ ਭਟਕਾ ਦੇਗੀ। ਆਓ ਗੁਰੂ ਦੇ ਪੱਕੇ ਰਾਹ ਤੇ ਤੁਰਨੇ
ਇਹ ਪੱਕਾ ਰਸਤਾ ਤੁਹਾਡਾ ਜੀਵਨ ਜਨਮ ਸਫਲ ਕਰੇਗਾ। ਪਰ ਯਾਦ ਰੱਖਿਓ, ਬਾਣੀ ਸੱਚੀ ਗਾਇਓ, ਕੱਚੀ ਨਹੀਂ। ਕੱਚਿਆਂ ਦੇ ਮਾਰਗ ਤੇ ਨਾ ਤੁਰ ਪਿਓ, ਉਹ ਬਹੁਤੀ ਦੇਰ ਨਹੀਂ ਚੱਲ ਸਕਦੇ। ਸਾਧ ਸੰਗਤ, ਨਕਲ ਹਰੇਕ ਚੀਜ਼ ਦੀ ਆ ਜਾਂਦੀ ਹੈ, ਕਿਉਂਕਿ ਜਿਹੜੀ ਚੀਜ਼ ਬਾਜ਼ਾਰ ਵਿੱਚ ਅਸਲ ਆਉਂਦੀ ਹੈ ਉਹਦੀ ਨਕਲ ਨਾਲ ਹੀ ਤਿਆਰ ਹੋ ਜਾਂਦੀ ਹੈ। ਪਰ ਨਕਲ ਜਿਹੜੀ ਹੈ ਉਹ ਬਹੁਤੀ ਦੇਰ ਨਹੀਂ ਰਹਿ ਸਕਦੀ। ਕਹੇ ਦੇ ਭਾਂਡੇ ਦੀ ਚਮਕ ਠੀਕ ਹੈ, ਥੋੜੇ ਦੇਰ ਲਈ ਪ੍ਰਭਾਵਿਤ ਕਰਦੀ ਹੈ, ਪਰ ਉਹਦੇ ਨਾਲ ਮਾੜੀ ਜੇ ਘਿਸਰ ਲੱਗਣ ਦੀ ਦੇਰ ਹੈ, ਕਾਲਕ ਪ੍ਰਗਟ ਹੋ ਜਾਏਗੀ। ਬਹੁਤ ਲੋਕ ਨੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸਾਡੇ ਕੋਲ ਆਓ, ਅਸੀਂ ਦੁੱਖ ਦੂਰ ਕਰਦੇ, ਲੋਕਾਂ ਦੀਆਂ ਮੁਸ਼ਕਲਾਂ ਸੁਣ ਰਹੇ। ਮਾਫ ਕਰਿਓ, ਥੋੜੀ ਜਿਹੀ ਹੰਕਾਰ, ਹਉਮੈ, ਤ੍ਰਿਸ਼ਨਾ, ਵਿਕਾਰਾਂ ਦੀ ਘੇਸਰ ਲੱਗਣ ਦੀ ਦੇਰ ਹੈ, ਬਸ ਝਰੀਟ ਵੱਜਦਿਆਂ ਸਾਰ ਮੈਲ ਪ੍ਰਗਟ ਹੁੰਦੀ ਵੇਖ ਲਿਓ, ਕਿਉਂਕਿ ਕੱਚ ਹੈ, ਸੱਚ ਨਹੀਂ ਹੋ ਸਕਦਾ। ਇਸ ਲਈ ਤੀਜੇ ਪਾਤਸ਼ਾਹ ਦੇ ਵੇਲੇ ਹੀ ਇਹ ਖਦਸ਼ਾ ਸੀ। ਸ਼ਾਇਦ ਤਾਈਓ ਗੁਰੂ ਅਮਰਦਾਸ ਮਹਾਰਾਜ ਨੇ ਤੀਜੇ ਜਾਮੇ ਵਿੱਚ ਹੀ ਕਹਿ ਦਿੱਤਾ ਕਿ ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਖ ਵਖਾਣੀ। ਭਾਈ ਕੱਚਿਆਂ ਤੋਂ ਬਚਿਓ, ਉਹਨੀ ਤੁਹਾਨੂੰ ਡੋਬ ਲੈਣਾ। ਕਿਉਂਕਿ ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਨ, ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬਲੇਨ। ਉਹਨਾਂ ਕੋਲ ਨਿਤ ਪ੍ਰਤੀ ਨਵਾਂ ਝੂਠ ਹੁੰਦਾ। ਸਾਧ ਸੰਗਤ, 500 ਕਿਲੋਮੀਟਰ ਤੋਂ ਬੰਦੇ ਖਰੀਦੇ ਨੇ 20,000 ਉੱਤੇ, ਜਿਹੜਾ 500 ਕਿਲੋਮੀਟਰ ਦੂਰ ਜਾ ਕੇ ਲੋਕਾਂ ਨੂੰ ਉਹਦੇ ਪਖੰਡ ਬਾਰੇ ਪ੍ਰਭਾਵਿਤ ਕਰਦਾ, ਉਸ ਇਲਾਕੇ ਦਾ ਨਹੀਂ ਹੁੰਦਾ। ਪਰ ਸੱਚੇ ਗੁਰੂ ਨੂੰ ਇਹਦੀ ਜ਼ਰੂਰਤ ਨਹੀਂ ਪੈਂਦੀ। ਇਸ ਲਈ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜੇ ਪਿਆਰ ਨਾਲ ਤੁਹਾਨੂੰ ਆਵਾਜ਼ ਮਾਰ ਕੇ ਤੀਜੇ ਜਾਮੇ ਵਿੱਚ ਹੀ ਕਹਿ ਦਿੱਤਾ, ਆਵੋ ਸਿੱਖ ਸਤਿਗੁਰ ਕੇ ਪਿਆਰੇ ਹੋ। ਪੜੋ, ਆਵੋ ਸਿੱਖ ਕੀ ਕਰੋ ਗਾਵ ਹੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ। ਬਾਣੀ ਜਿਨ ਕੋ ਨਦਰ ਕਰਮ ਹੋਵੇ, ਹਿਰਦੈ ਤਿਨਾ ਸਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਪਾਣੀ। ਕਹੈ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ। ਸਾਧ ਸੰਗਤ, ਸੱਚੀ ਬਾਣੀ ਗਾਣ ਦਾ ਹੁਕਮ ਹੈ। ਕਈ ਵਾਰ ਅਸੀਂ ਅਨਭੋਲ ਕਹਿ ਰਹੇ, ਫਿਰ ਕੀ ਹੋ ਗਿਆ ਜੀ, ਉਹ ਵੀ ਰੱਬ ਦਾ ਹੀ ਨਾਮ ਹੈ, ਫਿਰ ਕੀ ਹੋ ਗਿਆ ਜੀ, ਉਹ ਵੀ ਰੱਬ ਦਾ ਹੀ ਨਾਮ ਲੈਂਦੇ ਨੇ। ਸਾਧ ਸੰਗਤ, ਫਿਰ ਉਹਦੇ ਰਿਜ਼ਲਟ ਜੋ ਨਿਕਲ ਰਹੇ ਨੇ ਤੁਹਾਡੇ ਸਾਹਮਣੇ ਨੇ। ਜੇ ਤੁਸੀਂ ਕੱਚੀ ਬਾਣੀ ਗਾਣ ਦੀ ਹਮਾਇਤ ਕਰੋਗੇ, ਫਿਰ ਇਹ ਗੁਰੂ ਦਰਬਾਰ ਵਿੱਚ ਤੁਹਾਡੇ ਸਾਹਮਣੇ ਵੀਡੀਓ ਆਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਕੋਲ ਹੀ ਝੂਲਾ ਲੱਗਿਆ, ਵਿੱਚ ਕ੍ਰਿਸ਼ਨ ਦੀ ਛੋਟੀ ਜਿਹੀ ਮੂਰਤੀ ਰੱਖ ਦਿੱਤੀ ਹੈ, ਅੱਧ ਕੱਪੜੇ ਪਾ ਕੇ ਬੱਚੀ ਨਾਚ ਕਰ ਰਹੀ। ਫਿਰ ਇਹ ਵੀ ਚੱਲੇਗਾ? ਫਿਰ ਕਹੋਗੇ ਨੱਚਣ ਕੁੱਦਣ ਮਨ ਕਾ ਚਾਓ, ਇਹ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੈ। ਪਰ ਸਾਧ ਸੰਗਤ, ਜਦੋਂ ਗੁਰੂ ਦੀ ਮਰਿਆਦਾ ਵਿੱਚ ਚੱਲੋਗੇ, ਕੋਈ ਵੀ ਚੀਜ਼ ਹੈ ਬਿਨਾਂ ਮਰਿਆਦਾ ਤੋਂ ਮੰਜ਼ਿਲ ਤੇ ਨਹੀਂ ਪਹੁੰਚਦੀ। ਮੈਂ ਅਕਸਰ ਇਹ ਬੇਨਤੀ ਕਰਦਾ ਹੁੰਦਾ, ਤੁਸੀਂ ਘਰੋਂ ਆਏ ਹੋ, ਕਿਸੇ ਕੋਲ 5 ਲੱਖ ਦੀ ਗੱਡੀ ਹੋਣੀ ਹੈ, ਕਿਸੇ ਕੋਲ 50 ਲੱਖ ਦੀ ਵੀ ਹੋਣੀ ਹੈ। 50 ਲੱਖ ਦੀ ਗੱਡੀ ਵਾਲਾ ਬੰਦਾ ਕਹਿ ਸਕਦਾ ਹੈ ਮੈਂ ਆਪਣੀ ਮਰਜ਼ੀ ਨਾਲ ਗੱਡੀ ਚਲਾਉਣੀ ਹੈ, ਮੈਨੂੰ ਕੋਈ ਨਹੀਂ ਰੋਕ ਸਕਦਾ? ਨਹੀਂ, ਉਹਨੂੰ ਵੀ 5 ਲੱਖ ਵਾਲੀ ਲਾਈਨ ਦੇ ਡਿਸਪਲਿਨ 'ਚ ਚੱਲਣਾ ਪੈਂਦਾ ਹੈ। ਏਦਾਂ ਗੁਰੂ ਕੇ ਸਿੱਖ ਕੋਈ ਵੀ ਹੋਵੇ, ਚਾਹੇ ਸੁਣਨ ਵਾਲੇ ਭਾਵੇਂ ਸੁਣਾਉਣ ਵਾਲੇ, ਸਾਧ ਸੰਗਤ ਉਹਨੂੰ ਮਰਿਆਦਾ 'ਚ ਚੱਲਣਾ ਪੈਂਦਾ। ਇਹ ਨਹੀਂ ਕਿ ਜੀ ਅਸੀਂ ਤਾਂ ਗਾ ਰਹੇ ਜੋ ਮਰਜ਼ੀ ਆਪਣੀ ਮਰਜ਼ੀ ਨਾਲ ਗਾਈਏ, ਹੁਣ ਮੈਂ ਬਹੁਤ ਤਜਰਬੇਕਾਰ ਹੋ ਗਿਆ, ਹੁਣ ਮੈਨੂੰ 20 ਸਾਲ ਹੋ ਗਏ, ਹੁਣ ਮੈਂ ਜੋ ਮਰਜ਼ੀ ਕਵਾਂ। ਨਹੀਂ, ਇਹ ਗੁਰੂ ਦੀ ਮਰਿਆਦਾ ਵਿੱਚ ਰਹਿਤ ਵਿੱਚ ਚੱਲਣਾ ਪੈਂਦਾ। ਖੈਰ, ਸਤਿਗੁਰੂ ਸੱਚੇ ਪਾਤਸ਼ਾਹ ਦੇ ਜਦੋਂ ਸ਼ਬਦ ਨਾਲ ਜੁੜੋਗੇ, ਫਿਰ ਅੱਗੇ ਜਾ ਕੇ ਇੱਕ ਗਿਆਨ ਸ਼ੁਰੂ ਹੁੰਦਾ ਹੈ। ਗਿਆਨ ਕੀ ਹੈ? ਸ਼ਬਦ ਜਾਣਕਾਰੀ ਨਹੀਂ ਹੈ, ਗੁਰੂ ਦਾ ਸ਼ਬਦ ਫਿਰ ਅੱਗੇ ਗਿਆਨ ਪੈਦਾ ਕਰਦਾ ਹੈ। ਗਿਆਨ ਤੁਹਾਨੂੰ ਇਹ ਮਿਲੇਗਾ, ਸਭ ਕੁਝ ਹੁੰਦਿਆਂ ਹੋਇਆਂ ਵੀ ਸਿੱਖ ਨੇ ਕਹਿਣਾ ਮੈਨੂੰ ਕੁਝ ਨਹੀਂ। ਇੱਕ ਉਦਾਹਰਨ ਫਿਰ ਧਿਆਨ ਨਾਲ, 12 ਅੱਖਰਾਂ ਦਾ ਗਿਆਨ ਅਕੈਡਮਿਕ ਐਜੂਕੇਸ਼ਨ ਸਕੂਲ ਚੋਂ ਸਿੱਖਦੇ ਹੋ। ਜਦੋਂ ਸਕੂਲ ਵਿੱਚ ਜਾਂਦੇ ਹੋ, ਕਲਾਸ ਵਿੱਚ ਟੀਚਰ ਉਹਨੂੰ ਮੋਨੀਟਰ ਬਣਾਉਂਦਾ ਹੈ ਜਿਹੜਾ ਹਰ ਕੁਐਸਚਨ ਉੱਤੇ ਹੱਥ ਖੜਾ ਕਰਕੇ ਕਵੇ ਮੈਨੂੰ ਆਉਂਦਾ ਹੈ। ਟੀਚਰ ਕੀ ਕਰਦਾ ਹੈ? ਉਹ ਸਟੂਡੈਂਟ ਨੂੰ ਮੋਨੀਟਰ ਬਣਾ ਦਿੰਦਾ ਹੈ, ਮੋਹਰੇ ਬਿਠਾਉਣਾ ਸ਼ੁਰੂ ਕਰਦਾ ਹੈ ਵੀ ਇਹਨੂੰ ਸਭ ਕੁਝ ਆਉਂਦਾ ਹੈ। ਬਸ ਇੱਥੋਂ ਹੀ ਕਹਾਣੀ ਤੁਹਾਨੂੰ ਗੁਰੂ ਦੀ ਤੇ ਸੰਸਾਰ ਦੀ ਅਲੱਗ ਨਜ਼ਰ ਆਏਗੀ। ਬਾਹਰੀ ਅਕੈਡਮਿਕ ਐਜੂਕੇਸ਼ਨ ਵਿੱਚ ਟੀਚਰ ਸਟੂਡੈਂਟ ਨੂੰ ਕਹਿੰਦਾ ਇਹਨੂੰ ਸਭ ਕੁਝ ਆਉਂਦਾ ਹੈ, ਮੋਨੀਟਰ ਬਣਾ ਦਿਓ।
ਗੁਰੂ ਦੇ ਘਰ ਵਿੱਚ ਵੱਖਰਾ ਗਿਆਨ ਹੈ। ਇੱਥੇ ਸਭ ਕੁਝ ਹੁੰਦੇ ਆ। ਜਿਹੜਾ ਕਵੇ ਮੈਨੂੰ ਕੁਝ ਨਹੀਂ ਆਉਂਦਾ, ਗੁਰੂ ਉਹਨੂੰ ਆਗੂ ਬਣਾਉਂਦਾ। ਜਿਹੜਾ ਕਵੇ ਕਿ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਦੇ, ਕਿਆ ਲਾਗੇ ਮੇਰਾ। ਤੁਸੀਂ ਰੋਜ਼ ਹੀ ਪੜ੍ਹਦੇ ਹੋ। ਜਿਹੜਾ ਸਿੱਖ ਉੱਚਾ ਆਚਰਣ, ਜੀਵਨ, ਜਤੀ, ਸਤੀ, ਜਪ, ਤਪ ਸਭ ਕੁਝ ਹੁੰਦੇ ਆ। ਉਹ ਗੁਰੂ ਨੂੰ ਕਵੇ ਦਾਤਾ ਮੈਂ ਆਪ ਜਤੀ ਨਹੀਂ ਆ, ਤੇਰੀ ਕਿਰਪਾ ਨਾਲ ਮੇਰਾ ਆਚਰਣ ਉੱਚਾ ਹੈ। ਇੱਥੇ ਇਹ ਦਾਵਾ ਗੁਰੂ ਨੂੰ ਪ੍ਰਵਾਨ ਨਹੀਂ ਹੈ। ਜਿਹੜਾ ਕਵੇ ਮੇਰੇ ਵੱਲ ਕੋਈ ਉਂਗਲ ਕਰਕੇ ਵਿਖਾਵੇ, ਮੇਰੇ 'ਚ ਕੋਈ ਕਮੀ ਕੱਢ ਕੇ ਵਿਖਾਵੇ, ਏਦਾਂ ਕਹਿਣ ਵਾਲਾ ਗੁਰੂ ਨੂੰ ਪ੍ਰਵਾਨ ਨਹੀਂ ਹੈ। ਕੋਈ ਕਵੇ ਮੈਨੂੰ ਸਭ ਕੁਝ ਪਤਾ ਹੈ, ਮੇਰੇ 'ਚ ਕੋਈ ਕਮੀ ਕੱਢ ਕੇ ਵਿਖਾਵੇ, ਉਹ ਗੁਰੂ ਨੂੰ ਪ੍ਰਵਾਨ ਨਹੀਂ ਹੈ। ਇਹ ਗੁਰੂ ਦੀ ਕਿਰਪਾ ਦਾ ਪਰਦਾ ਪਿਆ। ਜੇ ਹੰਕਾਰੀ ਦੇ ਉੱਪਰੋਂ ਗੁਰੂ ਕਿਤੇ ਪਰਦਾ ਲਾ ਦੇ ਨਾ, ਤਾਂ ਸਾਧ ਸੰਗਤ ਗੁਣ ਲੋਕਾਂ ਨੂੰ ਦਿਸਣੇ ਬੰਦ ਹੋ ਜਾਂਦੇ, ਔਗਣ ਹੀ ਦਿਸਦੇ। ਫਿਰ ਇਹ ਤਾਂ ਗੁਰੂ ਦੀ ਕਿਰਪਾ ਨਾਲ ਪਰਦਾ ਪਿਆ ਹੋਇਆ, ਤਾਂ ਸੰਸਾਰ ਵਿੱਚ ਗੁਣ ਹੀ ਗੁਣ ਦਿਸ ਰਹੇ ਨੇ ਉਹ ਬੰਦੇ 'ਚ। ਜਿੱਦਣ ਉਹ ਕਿਰਪਾ ਨਾਲ ਪਰਦਾ ਚੁੱਕਦਾ, ਉਦਣ ਗੁਣ ਨਹੀਂ ਨਜ਼ਰ ਆਉਣੇ, ਔਗਣ ਹੀ ਔਗਣ ਦਿਸਣੇ। ਵੱਡੀਆਂ ਵੱਡੀਆਂ ਹਸਤੀਆਂ ਜਿਨ੍ਹਾਂ ਨੂੰ ਲੋਕ ਗੁਣਵਾਨ ਕਹਿੰਦੇ ਸੀ, ਜਿੱਦਣ ਗੁਰੂ ਨੇ ਪਰਦਾ ਚੁੱਕਦਾ, ਇੱਕ ਵੀ ਗੁਣ ਨਜ਼ਰ ਨਹੀਂ ਆ ਰਿਹਾ, ਹੁਣ ਔਗਣ ਹੀ ਦਿਸਦੇ ਨੇ ਤੁਹਾਡੇ ਸਾਹਮਣੇ ਸਭ ਕੁਝ। ਇਸ ਲਈ ਗੁਰੂ ਦੀ ਪੜ੍ਹਾਈ ਤੇ ਸਕੂਲ ਦੀ ਪੜ੍ਹਾਈ 'ਚ ਆਹ ਫਰਕ ਹੈ। ਉੱਥੇ ਜਿਹੜਾ ਕਵੇ ਸਭ ਕੁਝ ਆਉਂਦਾ ਉਹ ਮਨੀਟਰ ਹੈ। ਇੱਥੇ ਸਭ ਕੁਝ ਕਰਕੇ ਕਵੇ ਕਿ ਨਾ ਹੋ ਜਤੀ ਸਤੀ ਨਹੀਂ ਪੜਿਆ। ਆਖੋ ਨਾ ਹੋ ਜਤੀ ਸਤੀ ਨਹੀਂ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਸਭ ਕੁਝ ਕਰਨਾ ਗੁਰੂ ਦੇ ਅਨੁਸਾਰ, ਪਰ ਕਰਕੇ ਵੀ ਕਹਿਣਾ ਕਿ ਜਪ ਤਪ ਸੰਜਮ ਧਰਮ ਨਾ ਕਮਾਇਆ। ਪੜੋ ਸੇਵਾ ਸਾਧਨਾ, ਕਹੋ ਨਾਨਕ ਹਮ ਨੀਚ ਕਰਮਾ। ਸ਼ਰਨ ਪਰੇ ਕੀ ਰੱਖੋ, ਉਹ ਸਿੱਖ ਗੁਰੂ ਨੂੰ ਫਿਰ ਪ੍ਰਵਾਨ ਹੈ। ਅੱਜ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ। ਰਹਾਉ ਬੰਦ ਵਿੱਚ ਹਜ਼ੂਰ ਕਹਿੰਦੇ ਜੇ ਗੁਰੂ ਕਿਰਪਾ ਕਰੇ ਤਾਂ ਉਹ ਗੁਣ ਗਾਏ ਜਾ ਸਕਦੇ। ਸ਼ਬਦ ਦੀ ਸ਼ੁਰੂਆਤ ਹੋਈ ਗੁਣ ਗਾਵਾਂ ਗੁਣ ਬਿਥਰਾਂ, ਗੁਣ ਬੋਲੀ ਮੇਰੀ ਮਾਏ। ਹੇ ਮੇਰੀ ਮਾਏ, ਮੈਂ ਰੱਬ ਦੇ ਗੁਣ ਗਾਣ ਦੀ ਤੰਗ ਅੰਦਰ ਪੈਦਾ ਹੋਈ ਹੈ, ਇੱਛਾ ਹੈ ਗੁਣਾਂ ਦਾ ਵਿਸਥਾਰ ਕਰਾਂ, ਰੱਬ ਦੇ ਗੁਣ ਗਾਵਾਂ। ਪਰ ਕਿਵੇਂ? ਗੁਰਮੁਖ ਸੱਜਣ ਗੁਣਕਾਰੀਆਂ, ਮਿਲ ਸੱਜਣ ਹਰ ਗੁਣ ਗਾਏ। ਜੇ ਕੋਈ ਗੁਰਮੁਖ ਮਿਲੇ, ਜੇ ਕੋਈ ਰੱਬ ਦਾ ਪਿਆਰਾ ਮਿਲੇ, ਜੇ ਤੁਹਾਡੀ ਕਿਰਪਾ ਨਾਲ ਚੰਗੀ ਸੰਗਤ ਗੁਰਮੁਖਾਂ ਦੀ ਮਿਲੇ, ਗੁਰੂ ਨੂੰ ਮਿਲ ਕੇ, ਗੁਰੂ ਦੇ ਪਿਆਰਿਆਂ ਨੂੰ ਮਿਲ ਕੇ ਉਹ ਗੁਣ ਵੱਧਦੇ ਨੇ। ਉਹ ਰੱਬ ਦੇ ਪਿਆਰਿਆਂ ਨੂੰ ਮਿਲ ਕੇ ਗੁਣ ਗਾਣ ਦੀ ਤਾਂਘ ਪੈਦਾ ਹੁੰਦੀ। ਤਿਨਾਂ ਦੇਖ ਮਨ ਚਾਓ ਉਠਣ ਦਾ। ਇੱਕ ਵਾਰ ਆਖੋ ਸਤਨਾਮ ਸ੍ਰੀ। ਦੇਖੋ ਤੁਸੀਂ ਸੰਗਤ ਵਿੱਚ ਬੈਠੇ ਹੋ, ਸਵੇਰ ਤੋਂ ਉੱਠੇ ਹੋ, ਕਿਸੇ ਬੰਦੇ ਨੂੰ 2 ਘੰਟੇ ਜਾਗਿਆ ਹੋ ਗਏ, ਕਿਸੇ ਨੂੰ 4 ਵੀ ਹੋ ਗਏ। ਕੋਈ 4 ਵਜੇ ਜਾਗਿਆ ਹੋਣਾ, ਕੋਈ 6 ਵਜੇ ਜਾਗਿਆ ਹੋਣਾ। ਪਰ ਇਮਾਨਦਾਰੀ ਨਾਲ ਸੋਚਿਓ, 4 ਜਾਂ 5 4 ਘੰਟਿਆਂ ਵਿੱਚ ਕਿੰਨੀ ਵਾਰ ਵਾਹਿਗੁਰੂ ਚੇਤੇ ਆਇਆ? ਬਾਹਰ ਚੇਤੇ ਨਹੀਂ ਆਏਗਾ, ਸੰਗਤ ਵਿੱਚ ਬੈਠਿਆਂ ਵਾਹਿਗੁਰੂ ਯਾਦ ਆਉਂਦਾ। ਕਿਉਂ? ਸੰਗਤ ਵਿੱਚ ਬੈਠਿਆਂ ਗੁਰੂ ਦੀ ਕਿਰਪਾ ਬਖਸ਼ਿਸ਼ ਵੱਧਦੀ। ਜਿਹਨੇ ਕਦੇ ਵਾਹਿਗੁਰੂ ਨਹੀਂ ਕਿਹਾ, ਗੁਰਦੁਆਰੇ ਵੜਦੇ ਉਹਦੀ ਵੀ ਰਸਨਾ ਤੋਂ ਨਿਕਲਦਾ ਸਤਨਾਮ ਸ੍ਰੀ ਵਾਹਿਗੁਰੂ। ਤਾਂ ਬਾਦਸ਼ਾਹ ਨੇ ਬਚਨ ਕਹੇ, ਹੀਰੇ ਹੀਰ ਮਨ ਵਿਦਿਆ, ਰੰਗ ਚਲੁਲੇ ਨਾਏ। ਮਨ ਰੂਪੀ ਹੀਰੇ ਨੂੰ ਗੁਰੂ ਹੀਰੇ ਨੇ ਬਿੰਨ ਦਿੱਤਾ। ਸਾਧ ਸੰਗਤ, ਮਨ ਨੂੰ ਵੀ ਹੀਰਾ ਕਿਹਾ, ਗੁਰੂ ਨੂੰ ਵੀ ਹੀਰਾ ਕਿਹਾ। ਜਦੋਂ ਤੁਸੀਂ ਹੋਰ ਬਾਣੀ ਪੜੋਗੇ, ਰੱਬ ਦੇ ਨਾਮ ਨੂੰ ਵੀ ਹੀਰਾ ਕਿਹਾ। ਹਰ ਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤਿੰਨ ਨਰ ਦੋਜਕ ਜਾਹੇਂਗੇ ਸਤ ਭਾਖੈ ਰਵਿਦਾਸ। ਇਹ ਜ਼ੋਰੀ ਲੋਕਾਂ ਨੂੰ ਪਤਾ ਹੈ, ਹੀਰੇ 'ਚ ਛੇਕ ਕੱਢਣ ਲਈ ਹੀਰੇ ਦਾ ਹੀ ਉਹ ਚੀਜ਼ ਬਣਾਈ ਜਾਂਦੀ, ਇੰਸਟਰੂਮੈਂਟ ਜਿਹਦੇ ਨਾਲ ਕੱਢਿਆ ਜਾਂਦਾ। ਹੀਰੇ ਤੋਂ ਬਗੈਰ ਹੀਰਾ ਕੱਟ ਨਹੀਂ ਹੁੰਦਾ। ਕਹਿੰਦੇ ਮਨ ਰੂਪੀ ਹੀਰੇ ਵਿੱਚ ਗੁਰੂ ਹੀਰੇ ਨੇ ਐਸਾ ਛੇਕ ਪਾ ਦਿੱਤਾ, ਸ਼ਬਦ ਨਾਲ ਬਿੰਨ ਦਿੱਤਾ। ਅੱਗੇ ਹਜ਼ੂਰ ਕਹਿੰਦੇ, ਮੇਰੇ ਗੋਇੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ। ਹੇ ਅਕਾਲ ਪੁਰਖ ਰੱਬ ਜੀ, ਜੇ ਮਨ ਗੁਣ ਗਾਵੇ ਤਾਂ ਮਨ ਤ੍ਰਿਪਤ ਹੋ ਜਾਏ, ਮਨ ਤ੍ਰਿਸ਼ਨਾ ਵੱਲੋਂ ਰੱਜ ਜਾਏ, ਮਨ ਦੀ ਭੁੱਖ ਮਿਟ ਜਾਏ। ਹੋਰ ਕੋਈ ਤਰੀਕਾ ਨਹੀਂ ਹੈ ਕਿ ਮਨ ਰੱਜ ਜਾਏ।
ਇੱਕ ਦਿਨ ਮੈਂ ਇਹ ਲਾਈਵ ਤੋਂ ਬੇਨਤੀ ਕਹੀ, ਜਦੋਂ ਬਾਣੀ ਸੀਰੀਜ਼ ਪੜੋਗੇ ਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਦੇ ਵਿੱਚ ਸਾਧ ਸੰਗਤ ਦੇ ਵਿਕਾਰਾਂ ਵਿੱਚ ਕਾਮ ਇੱਕ ਨੰਬਰ ਤੇ, ਪਰ ਉਹਦੀ ਉਮਰ ਇੰਨੀ ਲੰਬੀ ਨਹੀਂ ਹੈ, ਕੁਝ ਛਿਣਾਂ ਦੀ ਕੁਝ ਪਲਾਂ ਦੀ ਉਮਰ ਹੈ। ਔਰ ਜਦੋਂ ਕ੍ਰੋਧ ਦੀ ਗੱਲ ਕਰੋਗੇ ਉਹਦੀ ਉਮਰ ਲੰਬੀ ਹੈ, ਕਈ ਮਹੀਨੇ ਕਈ ਸਾਲ। ਕਿਸੇ ਨਾਲ ਗੁੱਸੇ ਹੋ ਜਾਓ, ਬੋਲਦੇ ਨਹੀਂ ਹੈ ਬੰਦੇ, ਕ੍ਰੋਧ ਆ ਜਾਏ ਕਿਸੇ ਤੇ ਕਈ ਸਾਲ ਨਹੀਂ ਬੁਲਾਉਂਦੇ। ਪਰ ਕੋਈ ਸੁਲਹ ਕਰਾ ਦੇ, ਕੋਈ ਸੌਰੀ ਕਹਿ ਦੇ, ਕੋਈ ਮਾਫੀ ਮੰਗ ਲੈ ਤਾਂ ਉਹ ਕ੍ਰੋਧ ਖਤਮ ਹੋ ਜਾਂਦਾ ਹੈ। ਕਈ ਸਾਲ ਬੋਲੇ ਨਹੀਂ, ਜਿੱਦਣ ਸੌਰੀ ਫੀਲ ਹੋ ਗਈ, ਝਗੜਾ ਮੁੱਕ ਗਿਆ, ਉਦਣ ਕੁੜਮਾਚਾਰੀ ਵੀ ਬਣ ਗਈ, ਉਹਨਾਂ ਦੀ ਰਿਸ਼ਤੇਦਾਰੀ 'ਚ ਬਦਲ ਗਈ। ਪਰ ਜਿਹੜਾ ਮੋਹ ਹੈ ਸਾਧ ਸੰਗਤ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਉਹ ਤੋਂ ਅਗਲੇ ਮੋਹ ਲੋਭ ਤੇ ਹੰਕਾਰ ਜਿਹੜੇ ਇਹਨਾਂ ਦੀ ਉਮਰ ਕਈ ਜਨਮਾਂ ਤੱਕ ਹੈ, ਇਹ ਨਹੀਂ ਮੁੱਕਦੀ। ਤ੍ਰਿਸ਼ਨਾ ਉਮਰ ਘਟਦੀ ਜਾਂਦੀ ਹੈ, ਤ੍ਰਿਸ਼ਨਾ ਵੱਧਦੀ ਜਾਂਦੀ ਹੈ। ਪਹਿਲਾਂ ਆਪਣੇ ਲਈ, ਫਿਰ ਪੁੱਤਾਂ ਲਈ, ਧੀਆਂ ਲਈ, ਫਿਰ ਪੁੱਤਾਂ ਦੇ ਅੱਗੇ ਪੁੱਤਾਂ ਵਾਸਤੇ ਸੋਚਣ ਲੱਗ ਪੈਂਦਾ। ਇਹ ਮਨ ਜਿਹੜਾ ਇਹ ਰੱਜਦਾ ਨਹੀਂ। ਅੱਜ ਮਹਾਰਾਜ ਨੇ ਬਚਨ ਕਹੇ, ਹਾਂ ਇੱਕ ਚੀਜ਼ ਨਾਲ ਰੱਜ ਸਕਦਾ ਹੈ, ਜੇ ਮਨ ਰੱਬ ਦੇ ਗੁਣ ਗਾਣ ਲੱਗ ਜਾਏ। ਮੇਰੇ ਗੋਇੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ, ਅੰਤਰ ਪਿਆਸ ਹਰ ਨਾਮ ਕੀ, ਗੁਰ ਤੁਸ ਮਿਲਾਵੇ ਸੋਏ। ਤੁਸ ਦਾ ਅਰਥ ਹੁੰਦਾ ਖੁਸ਼ ਹੋ ਕੇ। ਕਹਿੰਦੇ ਜੇ ਕਿਤੇ ਗੁਰੂ ਤਰੁੱਠ ਕੇ ਕਿਰਪਾ ਕਰੇ ਤਾਂ ਮੇਰਾ ਮਨ ਜਿਹੜਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ ਗਾਵੇ, ਗੁਣਾਂ ਦੀ ਪਿਆਸ ਲੱਗ ਜਾਏ। ਪਰ ਜੇ ਗੁਰੂ ਕਿਰਪਾ ਕਰੇ, ਆਪਣੇ ਆਪ ਨਹੀਂ, ਗੁਰੂ ਦੇ ਗਿਆਨ ਦਾ ਭਾਵ ਹੈ ਤੁਹਾਡੀ ਮੱਤ ਨੂੰ ਸਮਝ ਆ ਜਾਂਦੀ, ਸਭ ਕੁਝ ਉਹਦੀ ਕਿਰਪਾ ਵਿੱਚ ਹੈ, ਕਿਰਪਾ ਤੋਂ ਬਗੈਰ ਨਹੀਂ ਹੋ ਸਕਦਾ। ਸਭ ਕੁਝ ਉਹਦੀ ਕਿਰਪਾ ਕਰਕੇ, ਆਪਣੇ ਉਦਮ ਕਰਕੇ ਨਹੀਂ। ਦੋ ਕੁ ਪ੍ਰਮਾਣ ਮੈਂ ਤੁਹਾਨੂੰ ਸੁਣਾਉਣੇ ਨੇ, ਬੜੇ ਸੌਖੇ ਨੇ। ਬਾਬਾ ਫਰੀਦ ਸਾਹਿਬ ਨੇ ਬਚਨ ਕਹੇ, ਫਰੀਦਾ ਪਹਿਲੇ ਪਹਿਰੇ ਫੁੱਲੜਾ, ਫਲ ਪੀ ਪੱਛਾ ਰਾਤ। ਪਹਿਲਾ ਪਹਿਰ ਰਾਤੀ 12 ਵਜੇ ਤੋਂ ਬਾਅਦ ਸ਼ੁਰੂ ਹੋ ਜਾਂਦਾ। ਜਿਹੜਾ ਅੱਧੀ ਰਾਤ ਤੋਂ 1 ਤੋਂ ਬਾਅਦ ਜਾਗਦਾ ਉਹਨੂੰ ਰੱਬ ਦੇ ਘਰੋਂ ਫਲ ਮਿਲਦੇ ਨੇ, ਪ੍ਰਾਪਤ ਹੁੰਦੇ ਨੇ, ਉਹਨੂੰ ਫੁੱਲ ਪ੍ਰਾਪਤ ਹੁੰਦੇ ਨੇ, ਭਾਵ ਉਹਨੂੰ ਬਹੁਤ ਵੱਡੀ ਦਾਤ ਪ੍ਰਾਪਤ ਹੁੰਦੀ ਹੈ। ਪਹਿਲੇ ਪਹਿਰੇ ਫੁੱਲੜਾ, ਫਲ ਪੀ ਪੱਛਾ ਰਾਤ। ਜੇ ਪਿਛਲ ਰਾਤ ਕੋਈ 12 ਵਜੇ ਤੋਂ ਬਾਅਦ ਜਾਗ ਜਾਏ, ਸੌਂਵੇ ਨਾ, ਕਹਿੰਦੇ ਉਹਨੂੰ ਤਾਂ ਫਿਰ ਫਲ ਪ੍ਰਾਪਤ ਹੋ ਜਾਂਦਾ। ਜੇ ਅੰਮ੍ਰਿਤ ਵੇਲੇ ਫੁੱਲ ਹਨ ਤੇ ਪਹਿਲੇ ਪਹਿਰ ਤੋਂ ਪਹਿਲਾਂ ਪਿਛਲ ਰਾਤ ਜਿਹੜੀ ਹੈ ਉਹਦੇ ਵਿੱਚ ਫਲ ਮਿਲਦਾ ਹੈ। ਅੱਗੇ ਫਿਰ ਮਹਾਰਾਜ ਨੇ ਬਚਨ ਕਹੇ, ਕਹਿੰਦੇ ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ। ਜਿਹੜੇ ਜਾਗਦੇ ਨੇ ਭਾਈ, ਉਹ ਸਾਈਂ ਦੇ ਕੋਲੋਂ, ਕੰਨੋਂ ਦਾ ਅਰਥ ਕੋਲੋਂ, ਸਾਈਂ ਦੇ ਕੋਲੋਂ ਦਾਤ ਪ੍ਰਾਪਤ ਕਰ ਲੈਂਦੇ ਨੇ। ਹੁਣ ਇਹਦਾ ਮਤਲਬ ਜਿਹੜੇ ਜਾਗਣਗੇ ਉਹਨਾਂ ਨੂੰ ਦਾਤ ਮਿਲੇਗੀ, ਜੇ ਕੋਈ ਸੁੱਤਾ ਰਹਿ ਗਿਆ ਉਹਨੂੰ ਦਾਤ ਹੀ ਨਹੀਂ ਮਿਲਣੀ। ਨਾਲ ਹੀ ਫਿਰ ਮਹਾਰਾਜ ਨੇ ਬਚਨ ਕਹੇ, ਕਹਿੰਦੇ ਭਾਈ ਜਾਗੇਗਾ ਵੀ ਉਹ ਜਿਹਨੂੰ ਗੁਰੂ ਕਿਰਪਾ ਕਰਕੇ ਜਗਾਵੇ। ਇਹ ਵੀ ਹੋ ਸਕਦਾ ਜਾਗਦੇ ਬੰਦੇ ਦਾਤ ਤੋਂ ਖਾਲੀ ਰਹਿ ਜਾਣ ਤੇ ਜਿੱਤੇ ਗੁਰੂ ਤਰੁੱਠ ਜਾਏ ਉਹਨੂੰ ਸੁੱਤੇ ਨੂੰ ਜਗਾ ਕੇ ਦਾਤ ਦੇ ਦੇ। ਉਹ ਕਈ ਸਾਲ ਨੀਂਦ ਵਿੱਚ ਸੁੱਤਾ ਰਿਹਾ, ਉਹਦਾ ਅੰਮ੍ਰਿਤ ਵੇਲਾ ਬਣਿਆ ਨਹੀਂ, ਕਈ ਸਾਲ ਏਦਾਂ ਹੀ ਲੰਘ ਗਏ। ਪਰ ਜਦੋਂ ਨੇ ਗੁਰੂ ਕਿਰਪਾ ਨਦਰ ਬਖਸ਼ਿਸ਼ ਗੁਰੂ ਨੇ ਕੀਤੀ, ਉਹਨੂੰ ਕਈਆਂ ਸਾਲਾਂ ਬਾਅਦ ਮਨ ਨੂੰ ਸੁੱਤੇ ਨੂੰ ਜਗਾ ਕੇ ਦਾਤਾਂ ਦੇਤੀਆਂ। ਭਾਵ ਕਈ ਸਾਲਾਂ ਦਾ ਜਾਗਣ ਵਾਲਾ ਪਿੱਛੇ ਰਹਿ ਗਿਆ, ਜਿਹਦਾ ਕਈ ਸਾਲ ਨਿਤਨੇਮ ਨਹੀਂ ਬਣਿਆ, ਜਾਗਿਆ ਨਹੀਂ, ਉਹ ਤੇ ਗੁਰੂ ਨੇ ਕਿਰਪਾ ਬਖਸ਼ਿਸ਼ ਕਰਤੀ। ਕਿਉਂਕਿ ਗੁਰੂ ਦਾ ਗਿਆਨ ਕਿਰਪਾ ਤੇ ਡਿਪੈਂਡ ਹੈ, ਕਿਸੇ ਕਰਨੀ ਤੇ ਡਿਪੈਂਡ ਨਹੀਂ ਹੈ। ਉਹਦੇ ਲਈ ਅਰਦਾਸ ਕਰਨੀ ਪੈਂਦੀ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। 4 ਕੁੰਟ ਦੇ ਦਿਸ ਭ੍ਰਮੇ ਥਕਾਏ ਪ੍ਰਭ ਕੀ ਸ਼ਾਨ। ਫਿਰ ਮਹਾਰਾਜ ਨੇ ਬਚਨ ਕਹੇ, ਕਹਿੰਦੇ ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ। ਪੜੋ ਦਾਤੀ ਸਾਹਿਬ ਸੰਧੀਆਂ, ਇਹ ਦਾਤਾਂ ਗੁਰੂ ਦੇ ਕੋਲ ਨੇ, ਦਾਤੇ ਕੋਲ ਨੇ। ਕਿਆ ਚੱਲੇ ਤਿਸ ਨਾਲ, ਇੱਕ ਜਾਗੰਦੇ ਨਾ ਲੈਣ, ਇੱਕ ਨਾ ਸੁੱਤਿਆਂ ਦੇ ਉਠਾਲ। ਹੋ ਸਕਦਾ ਜਾਗਦੇ ਖਾਲੀ ਰਹਿ ਜਾਣ ਤੇ ਗੁਰੂ ਸੁੱਤਿਆਂ ਤੇ ਕਿਰਪਾ ਕਰੇ, ਉਹਨਾਂ ਨੂੰ ਜਗਾ ਕੇ ਨਾਮ ਜਪਾਉਣ ਲਾ ਦੇ। ਇਹ ਬਹੁਤ ਸਵਾਲ ਆਉਂਦਾ ਹੈ, ਸਤਿਗੁਰੂ ਕਿਰਪਾ ਬਖਸ਼ਿਸ਼ ਕਰੇ ਇਸ ਮਾਰਗ ਉੱਤੇ ਆਪਾਂ ਨੂੰ ਪਾਤਸ਼ਾਹ ਤੋਰਨ। ਕਈਆਂ ਦਾ ਸਵਾਲ ਹੁੰਦਾ ਹੈ, ਕਈ ਸਾਲ ਨਿਤਨੇਮ ਬਣਿਆ ਰਹਿੰਦਾ, ਜੇ ਗੁਰੂ ਨਜ਼ਰ ਫੇਰ ਲੈ ਨਿਤਨੇਮ ਵਿਗੜ ਜਾਂਦਾ ਹੈ। ਕਈ ਸਾਲ ਨੇਮ ਬਣਿਆ ਰਿਹਾ ਸੁਖਮਨੀ ਸਾਹਿਬ ਦਾ, ਜੇ ਗੁਰੂ ਨੇ ਨਜ਼ਰ ਫੇਰ ਲਈ, ਸੁਖਮਨੀ ਸਾਹਿਬ ਦੀ ਗੱਲ ਛੱਡੋ, ਜਪਜੀ ਸਾਹਿਬ ਵੀ ਤੁਸੀਂ ਪੂਰਾ ਨਹੀਂ ਕਰ ਸਕਦੇ ਆਪਣੀ ਮਰਜ਼ੀ।
ਇਹ ਐਵੇਂ ਬੰਦਾ ਹੰਕਾਰ ਵਿੱਚ ਫੁੱਲਿਆ ਰਹਿੰਦਾ, ਮੈਂ ਕਰ ਰਿਹਾ ਨਹੀਂ। ਗੁਰੂ ਨਜ਼ਰ ਫੇਰ ਲੈ, ਤੁਸੀਂ ਕੱਲਾ ਜਪਜੀ ਸਾਹਿਬ ਵੀ ਨਹੀਂ ਪੜ੍ਹ ਸਕਦੇ। ਇੱਥੋਂ ਤੱਕ ਇਸ ਗੱਲ ਤੇ ਜੇ ਤਜਰਬਾ ਕਰਕੇ ਵੇਖੋ, ਪੂਰਾ ਜਪਜੀ ਸਾਹਿਬ ਛੱਡੋ, 5 ਪੌੜੀਆਂ ਵੀ ਕਹੋ ਮੈਂ ਪੜ੍ਹਨੀਆਂ ਨੇ, ਤੁਸੀਂ ਨਹੀਂ ਪੜ੍ਹ ਸਕਦੇ। ਇਹ ਗੁਰੂ ਦੀ ਨਜ਼ਰ ਹੋਵੇ ਤਾਂ ਹੋ ਸਕਦਾ। ਤਾਂ ਬਾਦਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਅੱਜ ਬਖਸ਼ਿਸ਼ ਕਰਦੇ, ਕਹਿੰਦੇ ਮਨ ਰੰਗੋ ਵਡ ਭਾਗੀ ਹੋ, ਗੁਰ ਤੁਠਾ ਕਰੇ ਪਸਾਓ। ਕਹਿੰਦੇ ਹੇ ਵੱਡੇ ਭਾਗਾਂ ਵਾਲਿਓ, ਜੇ ਅਕਾਲ ਪੁਰਖ ਵਾਹਿਗੁਰੂ ਗੁਰੂ ਤੁਠ ਪਏ, ਕਿਰਪਾ ਬਖਸ਼ਿਸ਼ ਕਰੇ ਤਾਂ ਮਨ ਰੰਗਿਆ ਜਾਂਦਾ ਉਸ ਦੇ ਰੰਗ ਵਿੱਚ, ਉਹਦੇ ਪਿਆਰ ਵਿੱਚ। ਗੁਰ ਨਾਮ ਦ੍ਰਿੜਾਏ ਰੰਗ ਸਿਉ, ਨਾਮ ਦ੍ਰਿੜ ਹੋ ਜਾਂਦਾ ਹੈ। ਰੰਗ ਦਾ ਅਰਥ ਪ੍ਰੇਮ। ਪ੍ਰੇਮ ਦੇ ਅੰਦਰ ਉਹ ਮਨ ਦ੍ਰਿੜ ਹੋਣ ਲੱਗ ਪੈਂਦਾ। ਜਿਹੜੀ ਚੀਜ਼ ਪ੍ਰੇਮ ਵਿੱਚ ਪੱਕੀ ਹੋ ਜਾਏ, ਉਹ ਫਿਰ ਬਾਹਰ ਵਾਰ ਉਸੇ ਟਾਈਮ ਤੇ ਉਹ ਚੀਜ਼ ਯਾਦ ਆਉਂਦੀ ਹੈ। ਉਸੇ ਟਾਈਮ ਉੱਤੇ ਉਹ ਸਭ ਕੁਝ ਯਾਦ ਆਉਂਦਾ ਹੈ, ਕਿਉਂਕਿ ਉਹਦੇ ਨਾਲ ਪ੍ਰੇਮ ਲੱਗ ਗਿਆ। ਅੱਗੇ ਹਜ਼ੂਰ ਬਚਨ ਕਹਿੰਦੇ, ਗੁਰ ਨਾਮ ਦ੍ਰਿੜਾਏ ਰੰਗ ਸਿਉ ਹੋ, ਸਤਿਗੁਰ ਕੈ ਵੱਲ ਜਾਓ। ਗੁਰੂ ਤੋਂ ਬਲਿਹਾਰ ਜਿਹਦੀ ਕਿਰਪਾ ਨਾਲ ਹੋਇਆ। ਬਿਨ ਸਤਿਗੁਰ ਹਰ ਨਾਮ ਨ ਲੱਭਈ, ਲੱਖ ਖੋਟੀ ਕਰਮ ਕਮਾਓ। ਲੱਖਾਂ ਕਰੋੜਾਂ ਕਰਮ ਕਰੀਏ ਤਾਂ ਵੀ ਗੁਰੂ ਤੋਂ ਬਗੈਰ, ਸਤਿਗੁਰੂ ਤੋਂ ਬਗੈਰ ਇਹ ਨਾਮ ਦੀ ਪ੍ਰਾਪਤੀ ਨਹੀਂ, ਚਾਓ ਨਹੀਂ ਪੈਦਾ ਹੋ ਸਕਦਾ। ਉਹਦੇ ਲਈ ਅਰਦਾਸ ਕਰਨੀ ਪੈਂਦੀ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਬਿਨ ਭਾਗਾਂ ਸਤਿਗੁਰ ਨਾ ਮਿਲੇ, ਘਰ ਬੈਠਿਆਂ ਨਿਕਟ ਨਿਤ ਪਾਸ। ਭਾਵੇਂ ਹਿਰਦੇ ਵਿੱਚ ਹੀ ਹੈ ਰੱਬ, ਪਰ ਬਿਨਾਂ ਭਾਗਾਂ ਤੋਂ ਉਹਦੀ ਕਿਰਪਾ ਤੋਂ ਬਗੈਰ ਉਹਦਾ ਮਿਲਾਪ ਨਹੀਂ ਹੈ। ਅੰਤਰ ਗਿਆਨ ਦੁਖ ਭਰਮ ਹੈ, ਅੰਦਰ ਅਗਿਆਨਤਾ ਹੈ, ਭਰਮ ਹੈ। ਉਹ ਭਰਮ ਵਿੱਚ ਬੰਦਾ ਰਹਿੰਦਾ ਵੇ, ਸ਼ਾਇਦ ਜੇ ਐ ਹੋ ਗਿਆ ਮੇਰਾ ਨਾ ਹੋ ਜਾਏ, ਕਿਤੇ ਮੇਰਾ ਨਾ ਕੁਝ ਘਟ ਜਾਏ, ਮੇਰਾ ਨਾ ਕੋਈ ਲੈ ਜਾਏ। ਇਹ ਭਰਮ ਭੁਲੇਖੇ ਵਿੱਚ ਹੀ ਬੰਦਾ ਸਾਰੀ ਉਮਰ ਲੰਘ। ਬਹੁਤ ਅਮੀਰ ਹੋਣ ਤੋਂ ਬਾਅਦ ਵੀ ਉਹਨੂੰ ਭਰਮ ਰਹਿੰਦਾ ਵੇ ਘਟ ਨਾ ਜਾਵੇ। ਅੱਜ ਸਾਧ ਸੰਗਤ ਲੋਕਾਂ ਕੋਲ ਹਰ ਤਰ੍ਹਾਂ ਦੀ ਸਹੂਲਤ ਹੈ। ਕਈ ਲੱਖਾਂ ਦੇ ਮੋਬਾਈਲ ਨੇ, ਲੱਖਾਂ ਦੀਆਂ ਗੱਡੀਆਂ ਨੇ, ਕਰੋੜਾਂ ਦੀਆਂ ਕੋਠੀਆਂ ਨੇ। ਸਭ ਕੁਝ ਹੋਣ ਦੇ ਬਾਵਜੂਦ ਲੱਖਾਂ ਕਰੋੜਾਂ ਜਮ੍ਹਾਂ ਵੀ ਹੈ, ਤਾਂ ਵੀ ਦੁਨੀਆ ਡਿਪਰੈਸ਼ਨ ਵਿੱਚ ਜਾ ਰਹੀ ਹੈ। ਤਾਂ ਵੀ ਲੋਕ ਡਿਪਰੈਸ਼ਨ ਦੇ ਸ਼ਿਕਾਰ ਨੇ, ਥਾਇਰਾਇਡ ਦੇ ਸ਼ਿਕਾਰ ਨੇ। ਕਿਉਂ? ਉਹਦਾ ਰੀਜ਼ਨ ਹੈ ਬੰਦੇ ਨੂੰ ਭਰਮ ਪੈ ਗਿਆ ਵੀ ਕੋਈ ਖੋਏ ਨਾ ਲਵੇ। ਇੱਕ ਦਿਨ ਤੇ ਇਹ ਜਾਣੇ, ਇੱਥੇ ਪੱਕਾ ਨਹੀਂ ਕੋਈ ਵੀ ਹੈ। ਪਰ ਸਾਧ ਸੰਗਤ, ਜੇ ਗੁਰੂ ਦੇ ਭੈ ਭਾਵਨੀ ਵਿੱਚ ਰਹੀਏ ਤਾਂ ਜਿਹੜਾ ਜੀਵਨ ਬਚਿਆ ਉਹ ਆਨੰਦ ਨਾਲ ਲੰਘਦਾ, ਡਿਪਰੈਸ਼ਨ ਨਾਲ ਨਹੀਂ। ਸਭ ਕੁਝ ਹੁੰਦਿਆਂ ਫਿਰ ਤੌਖਲਾ ਅੰਦਰ ਭਰਮ ਹੈ, ਚਲਾ ਹੀ ਨਾ ਜਾਵੇ। ਹਜ਼ੂਰ ਕਹਿੰਦੇ ਅੰਤਰ ਗਿਆਨ ਦੁਖ ਭਰਮ ਹੈ, ਵਿੱਚ ਪੜਦਾ ਦੂਰ ਪਈ ਆਸ। ਰੱਬ ਨੇੜੇ ਹੁੰਦਿਆਂ ਵੀ ਬਹੁਤ ਦੂਰ ਹੈ, ਕਿਉਂਕਿ ਪੜਦਾ ਪੈ ਗਿਆ। ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ, ਮਨਮੁਖ ਲੋ ਬੁੱਢਾ ਬੇੜੀ ਪਾਸ। ਕਹਿੰਦੇ ਮਨਮੁਖ ਲੋਹੇ ਦੀ ਤਰ੍ਹਾਂ ਡੁੱਬ ਗਿਆ। ਕਿਉਂ? ਉਹਨੂੰ ਬੇੜੀ ਨਹੀਂ ਮਿਲੀ। ਲੋਹੇ ਨੂੰ ਬੇੜੀ ਮਿਲ ਜਾਏ, ਲੱਕੜ ਮਿਲ ਜਾਏ, ਭਾਰ ਲੰਘ ਜਾਂਦਾ। ਮਨੂਰ ਲੋਹੇ ਨੂੰ ਪਾਰਸ ਗੁਰੂ ਮਿਲ ਜਾਏ, ਕੰਚਨ ਹੋ ਜਾਂਦਾ। ਭਇਆ ਮਨੂਰ ਕੰਚਨ ਫਿਰ ਹੋਵੇ, ਸਤਿਗੁਰ ਮਿਲੇ ਤਨੇਹਾ। ਜੇ ਗੁਰੂ ਮਿਲ ਜਾਏ, ਸਤਿਗੁਰ ਬੋਹਿਦ ਹਰ ਨਾਵ ਹੈ। ਗੁਰੂ ਜਹਾਜ਼ ਦੀ ਤਰ੍ਹਾਂ, ਬੇੜੀ ਦੀ ਤਰ੍ਹਾਂ ਹੈ। ਕਿਤ ਵਿਦ ਚੜਿਆ ਜਾਏ, ਭਾਈ ਉਹਦੇ ਚ ਸਵਾਰ ਕਿਹੜੇ ਤਰੀਕੇ ਨਾਲ ਹੋਈਏ। ਅੱਗੇ ਫਿਰ ਮਹਾਰਾਜ ਜਵਾਬ ਦਿੰਦੇ, ਸਤਿਗੁਰ ਕੈ ਭਾਣੇ ਜੋ ਚੱਲੇ। ਜਿਹੜਾ ਗੁਰੂ ਦੇ ਭਾਣੇ ਵਿੱਚ, ਰਜਾ ਵਿੱਚ, ਹੁਕਮ ਵਿੱਚ ਚੱਲ ਪਵੇ, ਵੀ ਮਹਾਰਾਜ ਜੋ ਤੁਸੀਂ ਕਰ ਰਹੇ ਹੋ ਠੀਕ ਹੈ, ਮੰਨਣ ਲੱਗ ਜਾਏ, ਸਮਝੋ ਗੁਰੂ ਦੇ ਜਹਾਜ਼ 'ਚ ਬਹਿ ਗਏ। ਹੁਣ ਜ਼ਿੰਮੇਵਾਰੀ ਗੁਰੂ ਦੀ ਹੈ। ਵਿੱਚ ਬੋਹਿਤ ਬੈਠਾ ਆਏ, ਭਾਈ ਸਮਝੋ ਗੁਰੂ ਦੇ ਜਹਾਜ਼ 'ਚ ਬਹਿ ਗਏ। ਹੁਣ ਉਹਨੂੰ ਫਿਰ ਗੁਰੂ ਨੇ ਵਡਿਆਈ ਦੇ ਕੇ ਕਿਹਾ, ਜਿਹੜਾ ਗੁਰੂ ਦਾ ਹੁਕਮ ਮੰਨ ਕੇ ਬਹਿ ਗਿਆ, ਉਹ ਹੱਥ ਜੋੜ ਕੇ ਕਹਿੰਦਾ, ਭਾਵੇਂ ਹੁਣ ਕੋਈ ਬੁਰਾ ਕਵੇ, ਭਾਵੇਂ ਭਲਾ ਕਵੇ, ਮੈਂ ਗੁਰੂ ਨੂੰ ਸੌਂਪ ਦਿੱਤਾ। ਗੁਰੂ ਦੇ ਰਾਹ ਤੇ ਹੁਕਮ ਮੰਨ ਕੇ ਤੁਰ ਪਿਆ। ਉਹਨੂੰ ਫਿਰ ਧੰਨ ਧੰਨ ਵਡ ਭਾਗੀ ਨਾਨਕਾ, ਜਿਨ੍ਹਾਂ ਸਤਿਗੁਰ ਲੈ ਮਿਲਾਏ। ਭਾਈ ਉਹ ਧੰਨ ਧੰਨ ਵੱਡੇ ਭਾਗਾਂ ਵਾਲੇ, ਜਿਨ੍ਹਾਂ ਨੂੰ ਸਤਿਗੁਰ ਨੇ ਮਿਲਾ ਲਿਆ। ਅੱਜ ਜਿਸ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨਿਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, 12 ਬਖਸ਼ਿਸ਼ਾਂ ਦੇ ਉਹ ਨਿਮਾਣਿਆਂ ਦੇ ਮਾਣ, ਨਿਤਰਿਆਂ ਦੀ ਧਿਰ, ਨਿਥਾਵਿਆਂ ਦੇ ਥਾਂ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਜੋਤੀ ਜੋਤ ਪੁਰਬ ਹੈ।
ਸਾਧ ਸੰਗਤ ਕੋਈ ਧਿਆਨ ਧਰੇ ਗੁਰੂ ਅਮਰਦਾਸ ਮਹਾਰਾਜ ਦਾ, ਸੱਚਮੁੱਚ ਨਤਿਰਿਆਂ ਦੀ ਧਿਰ ਹੈ ਪਾਤਸ਼ਾਹ। ਜਦੋਂ ਕੋੜੀ ਮਹਾਰਾਜ ਦੇ ਚਰਨਾਂ ਵਿੱਚ ਆ ਜਾਂਦਾ ਨਾ ਸ੍ਰੀ ਗੁਰੂ ਅਮਰਦਾਸ ਮਹਾਰਾਜ, ਉਹ ਪ੍ਰੇਮੇ ਦਾ ਕੋੜ ਦੂਰ ਕਰਦੇ। ਬੋਲੀ ਸਾਹਿਬ ਦੇ ਜਲ ਨਾਲ ਇਸ਼ਨਾਨ ਕਰਾਉਂਦੇ, ਨਾਲੇ ਕਹਿੰਦੇ ਨਾਲ ਜਪ ਭਾਈ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਕਰ ਇਸ਼ਨਾਨ ਤੇ ਨਾਲ ਸਿਮਰ ਪ੍ਰਭ ਆਪਣਾ ਵੀ ਆ। ਜਦੋਂ ਉਹਦਾ ਕੋੜ ਦੂਰ ਹੋ ਗਿਆ, ਉਹਨੂੰ ਮਹਾਰਾਜ ਨੇ ਸੇਵਾ 'ਚ ਰੱਖ ਲਿਆ। ਜੇ 29 ਸਾਲ ਦੀ ਉਮਰ ਹੈ, ਸ੍ਰੀ ਗੁਰੂ ਅਮਰਦਾਸ ਮਹਾਰਾਜ ਤੁਰਟ ਪਏ। ਸੰਗਤ ਵਿੱਚ ਇੱਕ ਦਿਨ ਖੜਿਆਂ ਕਰਕੇ ਮਹਾਰਾਜ ਨੇ ਕਿਹਾ, ਭਾਈ ਸਾਧ ਸੰਗਤ, ਅਸੀਂ ਇਸ ਨੌਜਵਾਨ ਬੱਚੇ ਪ੍ਰੇਮੇ ਦੀ ਸ਼ਾਦੀ ਕਰਨੀ ਹੈ, ਦੱਸੋ ਭਾਈ ਕਿਸੇ ਨੇ ਆਪਣੀ ਬੱਚੀ ਦਾ ਰਿਸ਼ਤਾ ਕਰਨਾ ਹੋਵੇ, ਕੋਈ ਬੱਚੀ ਕਿਸੇ ਦੀ ਵਿਆਹਣ ਯੋਗ ਹੋਵੇ। ਤਾਂ ਸੰਗਤ ਤਾਂ ਜਾਣਦੀ ਸੀ, ਸਾਰਿਆਂ ਦੇ ਮਨ 'ਚ ਵੇਖਣ ਵਾਲੇ ਸੁਣਨ ਵਾਲਿਆਂ 'ਚ ਇਹ ਆਇਆ, ਕਹਿੰਦੇ ਨਾ ਇਹਦਾ ਕੋਈ ਪਿੰਡ ਪਤਾ, ਨਾ ਕੋਈ ਜ਼ਮੀਨ ਜਾਇਦਾਦ, ਨਾ ਕੋਈ ਮਾਂ ਪਿਓ, ਨਾਲੇ ਕੋੜੀ ਬੰਦਾ ਅੱਜ ਠੀਕ ਹੈ, ਕੱਲ ਦਾ ਕੀ ਇਹਦੇ ਨਾਲ ਕੌਣ ਰਿਸ਼ਤਾ ਕਰੇ। ਜਦੋਂ ਕੋਈ ਨਾ ਉੱਠਿਆ ਫਿਰ ਮਹਾਰਾਜ ਨੇ ਇੱਕ ਵਾਰ ਕਿਹਾ, ਜਦੋਂ ਫਿਰ ਨਾ ਕੋਈ ਉੱਠਿਆ ਤੀਜੀ ਵਾਰ ਫਿਰ ਕਿਹਾ, ਭਾਈ ਦੱਸੋ ਕਿਸੇ ਦੀ ਬੱਚੀ ਵਿਆਹਣ ਯੋਗ ਹੋਵੇ, ਅਸੀਂ ਆ ਬੱਚੇ ਦੀ ਸ਼ਾਦੀ ਕਰਨੀ। ਤਾਂ ਫਿਰ ਪਿੱਛੋਂ ਇੱਕ ਗਰੀਬ ਜਿਹਾ ਸਿੱਖ ਉੱਠਿਆ, ਮੋਢੇ ਤੇ ਉਹਨੇ ਕੱਪੜਾ ਪਰਨਾ ਧਰਿਆ ਹੋਇਆ, ਹੱਥ ਜੋੜ ਕੇ ਕਹਿੰਦਾ ਜੀ ਮੇਰੀ ਬੱਚੀ ਵਿਆਹਣ ਦੇ ਯੋਗ ਹੈ, ਮਹਾਰਾਜ ਮੈਂ ਆਪਣੀ ਬੱਚੀ ਦੀ ਸ਼ਾਦੀ ਕਰਨੀ ਚਾਹੁੰਦੇ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਕਿੱਥੇ ਹੈ ਤੇਰਾ ਪਰਿਵਾਰ? ਉਹ ਕਹਿੰਦਾ ਜੀ ਮਾਮਾ ਧੀਆਂ ਗੁਰੂ ਕੇ ਲੰਗਰ ਵਿੱਚ ਸੇਵਾ ਕਰਦੀਆਂ ਨੇ। ਹਜ਼ੂਰ ਨੇ ਕਿਹਾ ਬੁਲਾਓ। ਫਿਰ ਭੱਜ ਕੇ ਗਿਆ, ਆਪਣੇ ਘਰ ਵਾਲੀ ਨੂੰ ਕਹਿੰਦਾ ਆਪਣੀ ਮੱਥੋ ਦੀ ਸ਼ਾਦੀ ਕਰਨ ਲੱਗੇ, ਪਾਤਸ਼ਾਹ ਰਿਸ਼ਤਾ ਕਰਨ ਲੱਗੇ, ਆਪਾਂ ਲੈ ਕੇ ਚਲੀ। ਜਦੋਂ ਆਪਣੀ ਧੀ ਨੂੰ ਲੈ ਕੇ ਗੁਰੂ ਦਰਬਾਰ 'ਚ ਆਏ ਤਾਂ ਉਹਦੀ ਮਾਂ ਨੇ ਫਿਰ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੂੰ ਪੁੱਛਿਆ, ਕਹਿੰਦੇ ਮਹਾਰਾਜ ਜਿਹਦੇ ਨਾਲ ਮੇਰੀ ਬੱਚੀ ਦਾ ਰਿਸ਼ਤਾ ਕਰਨ ਲੱਗੇ ਹੋ, ਮਹਾਰਾਜ ਇਹਦਾ ਕੋਈ ਪਿੰਡ ਪਤਾ, ਕੋਈ ਘਰ ਬਾਹਰ, ਉਹ ਤਾਂ ਦੱਸ ਦਿਓ। ਉਹ ਬਜ਼ੁਰਗ ਸਿੱਖ ਨੇ ਹੱਥ ਜੋੜ ਕੇ ਕਿਹਾ, ਸਤਿਗੁਰੂ ਇੱਕ ਬੇਨਤੀ ਹੋਰ ਹੈ, ਅਸੀਂ ਰਿਸ਼ਤਾ ਕਰਨਾ ਪਰ ਝੂਠ ਬੋਲ ਕੇ ਨਹੀਂ ਕਰਨਾ। ਮਹਾਰਾਜ ਸੱਚ ਇਹ ਹੈ ਕਿ ਸਾਡੀ ਬੱਚੀ ਥੋੜੀ ਜਿਹੀ ਬਚਪਨ ਤੋਂ ਘੱਟ ਮੱਤ ਵਾਲੀ ਹੈ, ਮੋਟੀ ਮੱਤ ਵਾਲੀ ਹੈ, ਤਾਂ ਇਹਨੂੰ ਮੱਥੋਂ ਕਹੀਦਾ। ਉਦਾਂ ਘਰ ਦਾ ਕੰਮ ਕਾਰ ਝਾੜੂ ਪੋਚਾ ਮਹਾਰਾਜ ਜੀ ਭੋਜਨ ਪ੍ਰਸ਼ਾਦਾ ਬਣਾ ਲੈਂਦੀ ਹੈ, ਪਰ ਥੋੜੀ ਜਿਹੀ ਮੱਤ ਘੱਟ ਹੈ। ਉਹਦੀ ਮਾਂ ਨੇ ਕਿਹਾ ਮਹਾਰਾਜ ਜਿਹਦੇ ਨਾਲ ਸ਼ਾਦੀ ਕਰਨ ਨੂੰ ਕਹਿੰਦੇ ਉਹ ਪਿੰਡ ਪਤਾ, ਕੋਈ ਮਾਂ ਪਿਓ? ਹਜ਼ੂਰ ਨੇ ਖੁਸ਼ ਹੋ ਕੇ ਕਿਹਾ, ਸਾਧ ਸ਼ਾਬਾਸ਼, ਤੁਸੀਂ ਓਲਾ ਨਹੀਂ ਰੱਖਿਆ, ਸੱਚ ਦੱਸਿਆ। ਬਾਕੀ ਰਹੀ ਗੱਲ ਇਸ ਲੜਕੇ ਦਾ ਮਾਂ ਪਿਓ ਪਿੰਡ ਪਤਾ ਪੁੱਛਣਾ ਤੁਹਾਡਾ ਹੱਕ ਬਣਦਾ, ਕਿਉਂ ਤੁਸੀਂ ਆਪਣੀ ਧੀ ਨੂੰ ਭਾਲਿਆ। ਔਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤੁਸੀਂ ਓਲਾ ਨਹੀਂ ਰੱਖਿਆ, ਸ਼ਾਬਾਸ਼। ਇਹ ਰਿਸ਼ਤੇ ਜਦੋਂ ਵੀ ਕਰਨੇ ਹੋਣ ਵਿੱਚ ਓਲਾ ਨਹੀਂ ਰੱਖਣਾ ਚਾਹੀਦਾ, ਸਾਫ਼-ਸਾਫ਼ ਗੱਲ ਕਰਨੀ ਚਾਹੀਦੀ, ਕਿਉਂਕਿ ਜ਼ਿੰਦਗੀ ਦਾ ਸਵਾਲ ਹੈ, ਦੋ ਜ਼ਿੰਦਗੀਆਂ ਦਾ ਸਵਾਲ ਹੈ। ਇੱਕ ਓਲਾ ਰੱਖੋਗੇ ਕੱਲ ਨੂੰ ਭਾਅ ਜੁਗੜ ਜਾਏ, ਫਿਰ ਸਾਰੀ ਜ਼ਿੰਦਗੀ ਖਰਾਬ ਹੋਣੀ। ਜਦੋਂ ਮਹਾਰਾਜ ਨੇ ਕਿਹਾ ਸਾਧ ਸ਼ਾਬਾਸ਼, ਤੁਹਾਡਾ ਹੱਕ ਹੈ, ਪੁੱਛੋ। ਇਹਦੇ ਮਾਂ ਪਿਓ ਪਿੰਡ ਪਤਾ ਪੁੱਛਦੇ ਹੋ। ਹਜ਼ੂਰ ਨੇ ਹੁਣ ਪ੍ਰੇਮੇ ਵੱਲ ਵੇਖ ਕੇ ਕਿਹਾ, ਦੱਸ ਵੀ ਪ੍ਰੇਮਿਆ, ਤੇਰੇ ਮਾਂ ਪਿਓ ਬਾਰੇ ਪੁੱਛਦੇ ਨੇ, ਪਿੰਡ ਪਤਾ ਪੁੱਛਦੇ ਨੇ, ਕੋਈ ਜ਼ਮੀਨ ਜਾਇਦਾਦ ਪੁੱਛ ਰਹੇ ਨੇ? ਉਹ ਅੱਖਾਂ ਭਰ ਕੇ ਰੋ ਪਿਆ। ਮਹਾਰਾਜ ਕਦੋਂ ਦਾ ਕੋੜੀ ਜਾਣ ਕੇ ਘਰਦਿਆਂ ਨੇ ਕੱਢ ਦਿੱਤਾ, ਨਾ ਮੇਰਾ ਕੋਈ ਪਿਓ ਹੈ, ਨਾ ਮਾਂ, ਨਾ ਘਰ, ਨਾ ਪਿੰਡ, ਨਾ ਪਤਾ, ਨਾ ਜ਼ਮੀਨ, ਨਾ ਜਾਇਦਾਦ। ਅੱਖਾਂ ਭਰ ਕੇ ਰੋ ਪਿਆ, ਮਹਾਰਾਜ ਮੇਰਾ ਤੁਹਾਡੇ ਸਿਵਾਏ ਕੋਈ ਨਹੀਂ ਹੈ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਤਖਤ ਉੱਠੇ, ਰੋਂਦੇ ਉਸ ਭਾਈ ਪ੍ਰੇਮੇ ਦੇ ਹੰਝੂ ਸਾਫ਼ ਕਰਕੇ ਹਜ਼ੂਰ ਨੇ ਗਲਾਵੇ ਵਿੱਚ ਲੈ ਕੇ ਨਾ ਉੱਚੀ ਆਵਾਜ਼ 'ਚ ਕਿਹਾ, ਭਾਈ ਤੁਹਾਨੂੰ ਪਿੰਡ ਪਤਾ, ਮਾਂ ਪਿਓ ਚਾਹੀਦਾ? ਕਹਿੰਦੇ ਹਾਂ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਬੋਲੇ, ਕਹਿੰਦੇ ਲਓ ਫਿਰ ਅੱਜ ਤੋਂ ਬਾਅਦ ਪ੍ਰੇਮੇ ਦੀ ਮਾਂ ਵੀ ਗੁਰੂ ਅਮਰਦਾਸ ਤੇ ਪ੍ਰੇਮੇ ਦਾ ਪਿਓ ਵੀ ਗੁਰੂ ਅਮਰਦਾਸ, ਦੱਸੋ ਸ਼ਾਦੀ ਕਰਨੀ ਹੈ ਕਿ ਨਹੀਂ ਕਰਨੀ? ਹੱਥ ਜੋੜ ਕੇ ਕਿਹਾ, ਮਹਾਰਾਜ ਜਿਹਦੇ ਮਾਂ ਪਿਓ ਤੁਸੀਂ, ਉਹਦੀ ਨਾਲ ਸ਼ਾਦੀ ਕਿਉਂ ਨਹੀਂ ਕਰਨੀ? ਮਹਾਰਾਜ ਸਾਡੀ ਧੀ ਦੇ ਵੀ ਮਾਂ ਪਿਓ ਤੁਸੀਂ ਹੋ। ਪਾਤਸ਼ਾਹ ਨੇ ਦੋਵਾਂ ਦੇ ਸਿਰ ਤੇ ਹੱਥ ਧਰਿਆ, ਆਨੰਦ ਕਾਰਜ ਕਰਵਾਏ, ਸ਼ਾਦੀ ਕਰਵਾਈ। ਉਦਣ ਅਸੀਸ ਦੇ ਕੇ ਕਿਹਾ, ਲੈ ਧੀਏ, ਤੈਨੂੰ ਲੋਕ ਘੱਟ ਮੱਤ ਵਾਲੀ ਕਹਿੰਦੇ ਰਹੇ ਨਾ, ਮੱਥੋ ਮੱਥੋ ਕਹਿੰਦੇ ਰਹੇ, ਮੋਟੀ ਮੱਤ ਵਾਲੀ ਕਹਿੰਦੇ ਰਹੇ, ਜਾ ਧੀਏ ਗੁਰੂ ਨਾਨਕ ਦੇ ਘਰੋਂ ਤੈਨੂੰ ਮੱਤ ਬਖਸ਼ੀ, ਹੁਣ ਲੋਕ ਤੇਰੇ ਕੋਲੋਂ ਮੱਤ ਲੈ ਕੇ ਆਪਣਾ ਜੀਵਨ ਸਫਲ ਕਰਨਗੇ। ਪਹਿਲਾ ਪ੍ਰਚਾਰਕ ਪੀੜਾ ਤੇ ਮੰਜੀ ਮੱਥੋ ਔਰ ਮੁਰਾਰੀ ਦੇ ਨਾਮ ਤੇ ਪਾਤਸ਼ਾਹ ਨੇ ਬਖਸ਼ੀ।
ਭੈਰੋ ਵਾਲਾ ਇਲਾਕੇ ਵਿੱਚ ਉਹਨਾਂ ਨੂੰ ਸਿੱਖੀ ਦਿੱਤੀ। 5ਵੇਂ ਪਾਤਸ਼ਾਹ 7ਵੇਂ ਪਾਤਸ਼ਾਹ ਤੱਕ ਉਹਨਾਂ ਦੀ ਅੰਸ਼ ਵੰਸ਼ ਨੇ ਸੇਵਾ ਕੀਤੀ ਹੈ। ਕਹਿਣ ਤੋਂ ਭਾਵ ਸਾਧ ਸੰਗਤ ਗੁਰੂ ਅਮਰਦਾਸ ਮਹਾਰਾਜ ਸੱਚਮੁੱਚ ਨਤਿਰਿਆਂ ਦੀ ਧਿਰ ਨੇ, ਨਿਓਟਿਆਂ ਦੀ ਓਟ ਨੇ ਗੱਤਿਆਂ ਦੀ ਗੱਤ। ਜਿਹਦਾ ਕੋਈ ਨਹੀਂ ਉਹਦਾ ਗੁਰੂ ਅਮਰਦਾਸ ਹੈ। ਅੱਜ ਉਸ ਪਾਤਸ਼ਾਹ ਦਾ ਜੋਤੀ ਜੋਤ ਪੁਰਬ ਹੈ। ਜਦੋਂ ਮਹਾਰਾਜ ਦਾ ਅੰਤਮ ਸਮਾਂ ਆਇਆ, ਸਤਿਗੁਰ ਭਾਣੇ ਆਪਣੇ ਬਹਿ ਪਰਵਾਰ ਸਦਾਇਆ। ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ। ਮਿਤ ਬੈਜੈ ਮਿਤ ਬਿਕਸੈ, ਜਿਸ ਮਿਤ ਕੀ ਪਹਿਜ ਭਾਵੇ। ਉਦੋਂ ਸੁਹਾਸ ਛੱਡਣ ਲੱਗਿਆ ਅੱਜ ਦੇ ਦਿਨ ਹਜ਼ੂਰ ਨੇ ਹੁਕਮ ਕੀਤਾ। ਪਾਤਸ਼ਾਹ ਨੇ ਹੁਕਮ ਕੀ ਕੀਤਾ? ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ। ਰੋਸ ਨਾ ਕਰਿਓ, ਰੱਬ ਦੀ ਕੀਰਤੀ ਕਰਿਓ। ਭਾਈ ਰੱਬ ਦੇ ਪਿਆਰਿਆਂ ਨੂੰ ਸੱਦ ਕੇ ਕਿਸੋ ਪਾਲ ਪੰਡਤ ਸੱਦਿਓ, ਹਰ ਹਰ ਕਥਾ ਪੜ੍ਹੇ ਪੁਰਾਣ ਜੀਓ। ਉਤੋਂ ਪਹਿਲਾਂ ਮਹਾਰਾਜ ਨੇ ਤਖਤ ਸਿੰਘਾਸਣ ਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਿਠਾਇਆ। ਸਾਰੇ ਪਰਿਵਾਰ ਨੂੰ ਸੱਦ ਕੇ ਕਿਹਾ, ਮੋਹਰੀ ਪੁੱਤ ਸਨਮੁਖ ਹੋਇਆ। ਪੁੱਤ ਗੱਲ ਮੰਨੋ, ਮਹਾਰਾਜ ਕੀ ਕਰਨੇ? ਕਹਿੰਦੇ ਰਾਮ ਦਾਸੈ ਪੈਰੀ ਪਾਏ ਜੀਓ। ਇਹ ਗੁਰੂ ਰਾਮਦਾਸ ਮਹਾਰਾਜ ਦੇ ਪੈਰਾਂ 'ਚ ਮੱਥਾ ਟੇਕੋ। ਜਿਨ੍ਹਾਂ ਦੇ ਅੰਦਰ ਕੋਈ ਵਕੀਲੀ ਸੀ ਨਾ, ਨਿੰਦਿਆ ਚੁਗਲੀ, ਉਹ ਵੀ ਗੁਰੂ ਅਮਰਦਾਸ ਮਹਾਰਾਜ ਨੇ ਧੋਤੀ ਕਿਰਪਾ ਕਰਕੇ। ਕੋਈ ਕਰ ਵਕੀਲੀ ਨਿਵੈ ਨਾਹੀ, ਫਿਰ ਸਤਿਗੁਰ ਆਣ ਨਿਵਾਇਆ। ਹਰ ਗੁਰੈ ਭਾਣਾ ਦੀ ਵਡਿਆਈ, ਤੁਰ ਲਿਖਿਆ ਲੇਖ ਰਜਾਏ ਜੀਓ। ਕਹੈ ਸੁੰਦਰ ਸੁਣੋ ਸੰਤੋ, ਸਭ ਜਗਤ ਬੈਰੀ ਪਾਏ ਜੀਓ। ਤਾਈਓ ਗੁਰੂ ਰਾਮਦਾਸ ਮਹਾਰਾਜ ਜੀ ਨੇ ਲਿਖਿਆ, ਗੁਰ ਬਾਬੇ ਫਿੱਟ ਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੂੜਿਆਰੇ। ਗੁਰ ਤੀਜੀ ਪੀੜੀ ਵਿਚਾਰਿਆ। ਗੁਰੂ ਅਮਰਦਾਸ ਮਹਾਰਾਜ ਨੇ ਭਲਾ ਕੀਤਾ, ਫਿਰ ਫਿੱਟ ਕੇ ਆਂਦਾ। ਗੁਰ ਤੀਜੀ ਪੀੜੀ ਵਿਚਾਰਿਆ, ਕਿਆ ਹੱਥ ਨਾ ਵਿਚਾਰੇ। ਗੁਰ ਚੌਥੀ ਪੀੜੀ ਟਿਕਿਆ, ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਸਭ ਨਿੰਦਕ ਦੁਸ਼ਟ ਤਾਰ ਦਿੱਤੇ। ਆਓ ਅੱਜ ਉਸ ਪਾਤਸ਼ਾਹ ਦੇ ਪਿਆਰ ਵਿੱਚ ਜੁੜ ਬੈਠੇ ਹੋ। ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਣ ਲੱਗ ਜਾਏ, ਉਹਨੂੰ ਅੱਜ ਪਾਤਸ਼ਾਹ ਨੇ ਬਚਨ ਕਹੇ, ਧੰਨ ਧੰਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ। ਜਿਨ੍ਹਾਂ ਨੂੰ ਸਤਿਗੁਰ ਨੇ ਮਿਲਾ ਲਿਆ ਭਾਈ, ਉਹ ਧੰਨਤਾ ਯੋਗ ਹੋ ਗਏ, ਉਹ ਵੱਡੇ ਭਾਗਾਂ ਵਾਲੇ ਹੋ ਗਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਕਿਰਪਾ ਬਖਸ਼ਿਸ਼ ਕਰਨ। ਆਪਾਂ ਸਤਿਗੁਰ ਦਾ ਧਿਆਨ ਧਰ ਕੇ ਜਿਹੜੀ ਗੱਲ ਭੱਟਾਂ ਨੇ ਕਹੀ ਹੈ, ਆਪਾਂ ਵੀ ਇੱਕ ਵਾਰ ਰਸਨਾ ਤੋਂ ਦੁਹਰਾ ਕੇ ਇਹ ਪਲ, ਇਹ ਸਮਾਂ, ਇਹ ਘੜੀਆਂ ਸਫਲ ਕਰੀਏ। ਕਿਉਂਕਿ ਸ਼ਬਦ ਦੀ ਵਿਆਖਿਆ ਕੱਲੀ ਜਾਣਕਾਰੀ ਨਹੀਂ ਹੈ। ਗੁਰੂ ਕਿਰਪਾ ਬਖਸ਼ਿਸ਼ ਕਰੇ, ਉਸ ਤੋਂ ਅੱਗੇ ਗੁਰੂ ਦਾ ਗਿਆਨ ਪਿਆਰ ਸ਼ੁਰੂ ਹੁੰਦਾ ਹੈ। ਪਾਤਸ਼ਾਹ ਨੂੰ ਕਹਿਣਾ, ਮਹਾਰਾਜ ਆਪ ਕਿਰਪਾ ਕਰੋ, ਰਾਖ ਪਿਤਾ ਪ੍ਰਭ ਮੇਰੇ, ਮੋਹਿ ਨਿਰਗੁਣ ਸਭ ਗੁਣ ਤੇਰੇ। ਇਹ ਸਦਾ ਹੀ ਗੁਰੂ ਨੂੰ ਆਪਾਂ ਕਹਿੰਦੇ ਰਹਿਣਾ, ਮਹਾਰਾਜ ਕੀਤੇ ਗਣੋ ਅਸੰਖ, ਅਵਗੁਣ ਮੇਰਿਆ, ਜਿਉ ਜਾਨੋ ਤਿਉ ਰਾਖ ਹਰ ਪਲ ਤੇਰਿਆ। ਭੱਟ ਕਹਿੰਦੇ ਨੇ, ਹੇ ਗੁਰੂ ਅਮਰਦਾਸ ਮਹਾਰਾਜ, ਧੰਨ ਹਰ ਬੂੰਦ वसोरु महावल कुसुम बसंत अनंत न आवे। रव सस किरण उदर सागर को गंग तरंग अंत को पावे। रुद्र ध्यान ज्ञान सतगुर के कव जन भल उन्हें जो गावे। भल्ले अमरदास गुण तेरे तेरी उपमा तोहे बनावे। किसे होर चीज ना उपमा नहीं दिती जा सकती। गुरु अमरदास महाराज की उपमा गुरु अमरदास महाराज नाल ही है। आओ पातशाह दे चरनां दा ध्यान धरिए। नतेरियां दी तिर सतगुर दा ध्यान धर के आखिए। तेरी उपमा तो हे बने आवे। तेरी उपमा तो हे बने आवे। तेरी उपमा तो हे बन गज के। तेरी उपमा तो हे बन। तेरी उपमा तो हे बन। तेरी उपमा तो भले अमरदास गुण तेरे। भले अमरदास गुण तेरे। भले अमरदास गुण। भले अमर। तेरी उपमा तो हे बन आवे। तेरी उपमा तो हे बन आवे। तेरी उपमा तो हे बन। तेरी उपमा तो हे बन आवे। आखो सतनाम श्री वाहिगुरु। बाला प्रीतम सतगुरु अपना सारियां ते किरपा बख्शिश करन। सब दा धन्नवाद।
ਸਮੂਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਨੇਜਮੈਂਟ ਦਾ ਧੰਨਵਾਦ ਹੈ ਜੋ ਆਪ ਸੰਗਤ ਦੇ ਦਰਸ਼ਨਾਂ ਲਈ ਹੁਕਮ ਕਰਦੇ ਨੇ। ਕੋਟਾਨ ਕੋਟ ਸ਼ੁਕਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਜੋ ਤਰੁੱਠ ਕੇ ਬਖਸ਼ਿਸ਼ਾਂ ਕਰਦੇ ਨੇ। ਇਸ ਸਥਾਨ ਦੇ ਸਮੂਹ ਕੀਰਤਨੀਏ, ਗੁਰੂ ਘਰ ਦੇ ਵਜ਼ੀਰ ਗ੍ਰੰਥੀ, ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਸਭਨਾਂ ਦਾ ਹਾਰਦਿਕ ਤੌਰ ਤੇ ਧੰਨਵਾਦ। ਆਈਆਂ ਸੰਗਤਾਂ ਦਾ ਹਾਰਦਿਕ ਤੌਰ ਤੇ ਧੰਨਵਾਦ। ਕੱਲ ਦੀ ਹਾਜ਼ਰੀ ਸੀਸਗੰਜ ਸਾਹਿਬ ਹੈ, ਅੱਜ ਰਾਤ ਦੀ ਹਾਜ਼ਰੀ ਗੁਰੂ ਕਾ ਬਾਗ ਕਾਰ ਸੇਵਾ ਬਾਬਾ ਬਚਨ ਸਿੰਘ ਜੀ, ਬਾਬਾ ਹਰਵੰਸ ਸਿੰਘ ਜੀ, ਉਹਨਾਂ ਦੇ ਉਸ ਸਥਾਨ ਤੇ ਜਿੱਥੇ ਬਾਬਾ ਹਰਵੰਸ ਸਿੰਘ ਜੀਆਂ ਦਾ ਸੰਸਕਾਰ ਹੋਇਆ। ਸੋ ਉੱਥੇ ਵੀ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।